ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੋਇਆ ਕਰਦਾ ਹੈ ਔਰ ਜਦੋਂ ਵੀ ਅਸੀਂ ਕੋਸ਼ਿਸ਼ ਕਹਿੰਦੇ ਆ ਕਿ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਉਹਨੂੰ ਅਸੀਂ ਅਪਲਾਈ ਵੀ ਕਰਦੇ ਹਾਂ ਇੰਪਲੀਮੈਂਟ ਵੀ ਕਰਦੇ ਹਾਂ ਕਿ ਅਸੀਂ ਕੁਝ ਨਵੇਂ ਵਿਲੱਖਣ ਵਿਸ਼ੇ ਔਰ ਨਵੇਂ ਚਿਹਰਿਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ। ਇਸੇ ਲੜੀ ਦੇ ਵਿੱਚ ਅੱਜ ਡਾਕਟਰ ਐਸ ਨਾਜ਼ ਉਹਨਾਂ ਨਾਲ ਅੱਜ ਗੱਲਬਾਤ ਹੋਏਗੀ ਔਰ ਕਿਸ ਵਿਸ਼ੇ ਦੇ ਬਾਬਤ ਹੋਵੇਗੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਪਿਛਲੇ ਦਿਨੀ ਅਸੀਂ ਬਹੁਤ ਸਾਰੀਆਂ ਨਿਊਜ਼ ਸੁਰਖੀਆਂ ਦੇ ਵਿੱਚ ਦੇਖਿਆ ਦੇਸ਼ ਦੁਨੀਆ ਦੇ ਵਿੱਚ ਜਿਹੜੇ ਪੱਤਰਕਾਰਾਂ ਉੱਪਰ ਹਮਲੇ ਹੋ ਰਹੇ ਆ ਉਹਨਾਂ ਦੀ ਨਿਖੇਧੀ ਵੀ ਹੋਈ ਉਹਨਾਂ ਦੇ ਬਾਰੇ ਪ੍ਰੋਟੈਸਟ ਵੀ ਹੁੰਦੇ ਰਹੇ ਫਿਰ ਬੁੱਧੀਜੀਵੀਆਂ ਨੂੰ ਧੱਕੇ ਦੇ ਨਾਲ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਗ੍ਰਿਫਤਾਰ ਕੀਤਾ ਜਾ ਰਿਹਾ। ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਜਿਹੜੇ ਦੇਸ਼ ਹਿਊਮਨ ਰਾਈਟਸ ਦਾ ਨਾਅਰਾ ਲਾਉਂਦੇ ਆ ਮਨੁੱਖੀ ਅਧਿਕਾਰਾਂ ਦਾ ਬੋਲਬਾਲਾ ਉੱਚਾ ਕਰਦੇ ਆ ਕਿਤੇ ਨਾ ਕਿਤੇ ਉਹੀ ਦੇਸ਼ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਕਰਦੇ ਨਜ਼ਰ ਆ ਰਿਹਾ। ਬੇਸਿਕਲੀ ਸਾਡਾ ਵਿਸ਼ਾ ਇਹੀ ਰਹੇਗਾ ਕਿ ਮਨੁੱਖੀ ਅਧਿਕਾਰਾਂ ਦੇ ਚਲਦਿਆਂ ਕੀ ਸਾਡੇ ਮਨੁੱਖੀ ਅਧਿਕਾਰ ਸਾਡੇ ਕੋਲ ਹੈ ਨੇ ਇਹਦੇ ਬਾਰੇ ਡਾਕਟਰ ਨਾਜ਼ ਨਾਲ ਅੱਜ ਵਿਚਾਰ ਚਰਚਾ ਹੋਏਗੀ। ਸੋ ਆਓ ਸਵਾਗਤ ਕਰਦੇ ਹਾਂ ਡਾਕਟਰ ਨਾਜ਼ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਇਟਸ ਗੁੱਡ ਟੂ ਬੀ ਇਨ ਯੂਰ ਸਟੂਡੀਓ। ਸੋ ਥੈਂਕ ਯੂ ਸੋ ਮਚ ਤੁਹਾਡਾ ਸਮਾਂ ਦੇਣ ਦੇ ਲਈ। ਔਰ ਡਾਕਟਰ ਨਾਜ਼ ਅੱਜ ਪਹਿਲੀ ਵਾਰੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਹਿਊਮਨ ਰਾਈਟਸ ਦੇ ਬਾਰੇ ਬਹੁਤ ਕੰਮ ਕੀਤਾ ਹੈ ਔਰ ਹੁਣ ਇਸ ਸਮੇਂ ਤੁਹਾਡੀ ਉਮਰ ਕਿੰਨੀ ਹੈ? ਮੈਂ ਇਸ ਤੋਂ ਸ਼ੁਰੂ ਕਰਾਂ। ਆਈ ਐਮ ਵੈਰੀ ਓਲਡ ਨਾਓ। ਮੈਂ ਉਹ ਸਮੇਂ ਦੇਖਿਆ ਮੈਨੂੰ ਤੁਸੀਂ ਹੈਰਾਨ ਹੋਗੇ ਕਿ ਹਾਫ ਸੈਂਚਰੀ ਤੋਂ ਓਵਰ ਮੈਂ ਅਬਰੋਡ ਰਹਿ ਰਿਹਾ। ਅੱਛਾ, 50 ਸਾਲ ਤੋਂ ਉੱਪਰ। ਕਿਆ ਤੇ ਸਾਰੀ ਜ਼ਿੰਦਗੀ ਇੱਧਰ ਲੰਘ ਗਈ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਸੋਚਦਾ ਕਿ ਜੋ ਕੁਛ ਮੈਂ ਇਹਨਾਂ ਮੁਲਕਾਂ 'ਚ ਆ ਕੇ ਸਿੱਖਿਆ ਜੀ ਜੀ ਉਹ ਮਾਫ ਕਰਨਾ ਡਾਕਟਰ ਸਾਹਿਬ ਮੇਰਾ ਫੋਨ ਦੀ ਕਿਤੇ ਸ਼ਾਇਦ ਗੜਬੜ ਹੋ ਗਈ ਹੈ, ਮਾਫ ਕਰਨਾ ਉਹਦੇ ਟੈਕਨੀਕਲੀ। ਸੋ ਤੇ ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਤੁਸੀਂ 50 ਸਾਲ ਤੋਂ ਇਸ ਕੰਟਰੀ ਦੇ ਵਿੱਚ ਰਹਿ ਰਹੇ ਹੋ। ਰਾਦਰ 53 ਨੋ ਪਰ ਇੱਥੇ ਨਹੀਂ, ਮੈਂ 68 ਦੇ ਵਿੱਚ ਇੰਗਲੈਂਡ ਆ ਗਿਆ ਸੀ। ਅੱਛਾ, 19 ਸਾਲ ਇੰਗਲੈਂਡ ਰਿਹਾ ਤੇ ਕਿਉਂਕਿ ਮੇਰਾ ਪਿਛਲੀ ਬੈਕਗ੍ਰਾਉਂਡ ਜਿਹੜੀ ਉਹ ਜਰਨਲਿਜ਼ਮ ਦੀ ਸੀ। ਅੱਛਾ, तो गवर्नमेंट कॉलेज लुधियाने तो मैं MA की इंग्लिश ਦੇ ਵਿੱਚ ਤੇ ਇੱਥੇ ਆ ਕੇ ਮੈਨੂੰ ਬਹੁਤਾ ਸਟਰਗਲ ਨਹੀਂ ਕਰਨਾ ਪਿਆ ਤੇ ਕਿਉਂਕਿ ਫਾਦਰ ਸਾਹਿਬ ਉਦੋਂ BBC ਲੰਡਨ ਤੇ ਉਰਦੂ ਔਰ ਹਿੰਦੀ ਚ ਨਿਊਜ਼ ਦਿੰਦੇ ਹੁੰਦੇ ਸੀ, ਨਿਊਜ਼ ਕਾਸਟਰ ਸੀ। ਤੁਹਾਡੇ ਫਾਦਰ ਸਾਹਿਬ BBC ਲੰਡਨ ਦੇ ਵਿੱਚ? ਵਾਹ ਵਾਹ, ਬਹੁਤ तो इसलिए फिर बड़ी मुश्किल नहीं इन्नी पई। तो 3-4 ਮਹੀਨੇ ਬਾਅਦ ਹੀ ਮੇਰਾ ਅੱਛੇ ਕੰਟੈਕਟ ਸੀ ਤੇ ਉੱਥੇ ਜਿਹੜੀ ਡੇਲੀ ਟੈਲੀਗ੍ਰਾਫ ਸੀ ਉਹਦੇ 'ਚ ਮੇਰਾ ਖਿਆਲ ਮੈਂ ਪਹਿਲਾ ਸ਼ਖਸ ਹੋਊਗਾ। ਉਦੋਂ ਬੜੇ ਪੜ੍ਹੇ ਲਿਖੇ ਲੋਕ ਨਹੀਂ ਸੀ ਜ਼ਿਆਦਾ ਹੁੰਦੇ ਜੀ ਤੇ ਮੈਨੂੰ ਉਹਨਾਂ ਨੇ ਜਰਨਲਿਜ਼ਮ ਦਾ ਦੀ ਅਸਿਸਟੈਂਟ ਸਮਝ ਜੌਬ ਦੇ। ਬਸ 3-4 ਮਹੀਨੇ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਆਮ ਓਕੇ ਇਨ ਇੰਗਲਿਸ਼ ਐਂਡ ਐਵਰੀਥਿੰਗ ਦੈਨ ਆਈ ਵਾਸ ਅ ਫੁੱਲ ਜਰਨਲਿਸਟ। ਮੈਂ 4-5 ਸਾਲ ਉੱਥੇ ਫਿਰ ਜਰਨਲਿਜ਼ਮ 'ਚ ਕੰਮ ਕੀਤਾ। ਪਰ ਉਹਨਾਂ ਜਦੋਂ ਮੈਂ ਸ਼ਾਦੀ ਕਰ ਲਈ ਤਾਂ ਫਿਰ ਮੈਂ ਮਹਿਸੂਸ ਕੀਤਾ ਕਿ ਯਾਰ ਇਹ ਜਰਨਲਿਜ਼ਮ ਦਾ ਕੰਮ ਜਿਹੜਾ ਹੈ ਇਹ ਛੜਿਆਂ ਦਾ ਹੀ ਆ। ਇਸ ਤੋਂ ਬਾਅਦ ਮੁਸ਼ਕਿਲ ਹੋ ਜਾਂਦਾ ਕਿ ਉਹ 3-3 ਮਹੀਨੇ ਤੁਹਾਡੀ। ਮੈਂ ਉਹਨਾਂ ਦਿਨਾਂ 'ਚ ਇੱਕ ਚੀਜ਼ ਤਾਂ ਬੜੀ ਚੰਗੀ ਹੋਈ ਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਯੂਰਪ ਦੀ, ਰਸ਼ੀਆ ਦੀ, ਜ਼ਿਆਦਾ ਮੇਰੀ ਮਿਡਲ ਈਸਟ ਦੇ ਵਿੱਚ ਔਰ ਅਫਰੀਕਨ ਕੰਟਰੀਜ਼ 'ਚ ਵੀ ਜੋਬ ਰਹੀ ਤੇ ਉਹਦੇ ਨਾਲ ਮੈਂ ਸੋਚਦਾ ਕਿ ਕਿਤਾਬੀ ਨੌਲੇਜ ਨਾਲੋਂ ਜ਼ਿਆਦਾ ਜਦ ਤੁਸੀਂ ਲੋਕਾਂ ਨੂੰ ਮਿਲਦੇ ਹੋ ਤਾਂ ਦੈਨ ਯੂ ਲਰਨ ਅ ਲੋਟ। ਸੋ ਆਪਣੇ ਪੰਜਾਬੀ 'ਚ ਵੀ ਕਹਿੰਦੇ ਆ ਨਾ ਵੀ ਪੜ੍ਹਿਆ ਨਾਲੋਂ ਜਿਹੜਾ ਗੁੜਿਆ ਜ਼ਿਆਦਾ ਹੁੰਦਾ ਉਹਨੂੰ ਕਹਿੰਦੇ ਵੀ ਦੁਨੀਆ ਦਾ ਪਤਾ ਹੁੰਦਾ, ਸਾਰਾ ਪਤਾ ਹੁੰਦਾ। ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਮੈਂ ਮਹਿਸੂਸ ਕਰਦਾ ਹੈਗਾ ਕਿ ਜਿਹੜੀਆਂ ਸਾਨੂੰ ਨਿਊਜ਼ ਮੀਡੀਆ ਦੇ ਜ਼ਰੀਏ ਲੱਗਦੀਆਂ ਜਾਂ ਪਤਾ ਲੱਗਦੀਆਂ ਉਹ ਐਕਚੁਅਲ ਫੈਕਟਸ ਜਿਹੜੇ ਜਦ ਤੁਸੀਂ ਉੱਥੇ ਜਾਂਦੇ ਹੋ ਕੁਝ ਹੋਰ ਹੁੰਦੇ। ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਵੀ, ਮੈਂ ਜਰਨਲਿਜ਼ਮ ਕੀਤੀ ਹੈਗੀ ਸਾਰੀ ਉਮਰ, ਹੁਣ ਵੀ ਕੀਤੀ ਹੈ ਜੀ, ਪਰ ਮੈਂ ਮਹਿਸੂਸ ਕਰਦਾ ਕਿ ਬਹੁਤ ਸਾਰਾ ਸਾਡਾ ਜਿਹੜਾ ਮਟੀਰੀਅਲ ਹੁੰਦਾ ਉਹ ਸਾਡੇ ਕੋਲ ਸੁਣਿਆ ਹੋਇਆ ਹੁੰਦਾ ਨਾ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਤਾਂ ਉਹ ਫੈਕਚੁਅਲ ਜਿਵੇਂ ਐਕਚੁਅਲ ਵਰਚੁਅਲ ਰਿਐਲਿਟੀ ਜਿਹਨੂੰ ਕਹਿੰਦੇ ਉਹ ਬਿਲਕੁਲ ਡਿਫਰੈਂਟ ਹੁੰਦੀ। ਸੋ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ, ਤੁਸੀਂ BBC ਲੰਡਨ ਦੇ ਬਾਰੇ ਦੱਸਿਆ ਕਿ ਉੱਥੇ ਤੁਹਾਡੇ ਫਾਦਰ ਸਾਹਿਬ ਵੀ ਜੌਬ ਕਰਦੇ ਰਹੇ ਆ
ਤੁਹਾਡੀ ਡਾਕਟਰੇਟ ਕਿਉਂਕਿ ਮੈਂ ਇਸ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸੰਖੇਪ ਜਾਣਕਾਰੀ ਲੈ ਰਿਹਾ ਤੁਹਾਡੇ ਬਾਰੇ, ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਮਨੁੱਖੀ ਅਧਿਕਾਰਾਂ ਦੀ ਜਾਂ ਜਿਨ੍ਹਾਂ ਦਾ ਘਾਣ ਹੋ ਰਿਹਾ ਔਰ ਜਿਹੜੇ ਪੱਤਰਕਾਰਾਂ ਉੱਪਰ ਜਿਹੜੇ ਹਮਲੇ ਹੋ ਰਿਹਾ, ਹਰ ਰੋਜ਼ ਕੁਛ ਨਾ ਕੁਛ ਸੁਣਨ ਦੇਖਣ ਨੂੰ ਮਿਲਦਾ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਤੁਹਾਡੀ ਡਾਕਟਰੇਟ ਜਾਂ ਬਾਕੀ ਸਾਰੀਆਂ ਡਿਗਰੀਆਂ ਦੇ ਬਾਰੇ ਮੈਂ ਸੰਖੇਪ 'ਚ ਜਾਣਨਾ ਚਾਹੁੰਦਾ, ਤੁਸੀਂ ਕਿੱਥੋਂ ਤੇ ਕਿਹੜੀ ਡਿਗਰੀ ਪ੍ਰਾਪਤ ਕੀਤੀ? ਅਸਲ 'ਚ ਮੈਂ ਇਨ 64 ਦੀ ਗੱਲ ਹੈ, ਮੈਂ ਜਦੋਂ MA ਕੀਤੀ ਗਵਰਨਮੈਂਟ ਕਾਲਜ ਲੁਧਿਆਣੇ ਤੋਂ ਜੀ, ਤੇ ਫਿਰ ਮੈਂ ਉੱਥੇ 2 ਸਾਲ ਹਾਈ ਸਕੂਲ ਦੇ ਵਿੱਚ ਵੀ ਪੜ੍ਹਾਇਆ। ਅਰੇ ਮੈਂ ਜੁਆਇਨ ਕੀਤਾ ਸੀ ਖਾਲਸਾ ਕਾਲਜ ਤੇ 2-4 ਮਹੀਨੇ ਬਾਅਦ ਹੀ ਫਿਰ ਪ੍ਰਿੰਸੀਪਲ ਮੇਰੇ ਬੜੇ ਅੱਛੇ ਦੋਸਤ ਹੁੰਦੇ ਸੀ, ਤਾਰਕ ਉਹਨਾਂ ਦਾ ਨਾਂ ਸੀ, ਤੇ ਉਹਨਾਂ ਨੇ ਕਿਹਾ ਵੀ ਦੇਖ ਭਾਈ ਤੇਰਾ ਜਿਹੜਾ ਬੈਕਗਰਾਉਂਡ ਉਹ ਤੇਰਾ ਰੁਝਾਨ ਜਿਹੜਾ ਉਹ ਮਾਰਕਸਿਸਟ ਵੱਲ ਸੀ ਤੇ ਯੂ ਆਰ ਵਾਂਟਡ, 2 ਵਾਰੀ ਪੁਲਿਸ ਆਈ ਤੇ ਬੈਠ ਗਿਆ, ਤੂੰ ਬਚਾ ਲਾ, ਇਹਨਾਂ ਦੇ ਕਾਬੂ ਆ ਗਿਆ ਤਾਂ ਫੇਰ ਨਹੀਂ ਉਹਨਾਂ ਛੱਡਣਾ ਨਹੀਂ। ਸੋ ਦੈਟ ਵਾਜ਼ ਲੈਫਟ ਦੇਅਰ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਆਈ ਮਾਈਗ੍ਰੇਟਡ, ਆਪਣੀ ਜਾਨ ਬਚਾਉਣ ਲਈ, ਕੋਈ ਮੇਰਾ ਚੋਇਸ ਨਹੀਂ ਸੀ। ਤੋ ਦੈਨ ਆਈ ਕੇਮ ਟੂ ਇੰਗਲੈਂਡ, ਕਿਉਂਕਿ ਫਾਦਰ ਸਾਹਿਬ ਉੱਥੇ ਸੀ ਜੀ। ਪਰ ਮੈਂ ਮਹਿਸੂਸ ਕਰਦਾ ਕਿ ਉਹਨਾਂ ਮੁਲਕਾਂ 'ਚ ਆ ਕੇ ਜਦੋਂ ਮੈਂ ਇੰਗਲੈਂਡ 'ਚ ਆਇਆ ਤਾਂ ਉਹ ਫਿਰ ਜਿਹੜਾ ਪਰਸਪੈਕਟਿਵ ਉੱਥੇ ਦੇਖਿਆ ਹੋਇਆ ਸੀ ਇੰਗਲੈਂਡ ਦਾ, ਯੂਰਪ ਦਾ ਜਾਂ ਬਾਕੀ ਮੁਲਕਾਂ ਦਾ, ਉਹ ਗੱਲ ਨਹੀਂ ਸੀ। ਰਸ਼ੀਆ 'ਚ ਜਾ ਕੇ ਜਦੋਂ ਮੈਂ ਦੇਖਿਆ ਕਿ ਜਿਸ ਮਾਰਕਸਿਜ਼ਮ ਲਈ ਅਸੀਂ ਖੜੇ ਸੀ, ਉਹ ਅਸਲ ਦੇ ਵਿੱਚ ਉਹ ਸਾਰਾ ਇਟ ਫੇਲਡ ਜੀ, ਮਿਜ਼ਰੇਬਲੀ ਫੇਲਡ। जब मैं इतने कैनेडा से एक बार 73 च अपनी भैन की शादी करन आया जी, तो नाल दे घर दे विच गोरे सी, वो कहने कम ऑन इंग्लिशमैन, इन अजकल दे दिन सी, तो उन्हें बारबीक्यू वगैरह किया होया, तो मैं उन्हें को बैठा, तो साडे तो दिमाग च मार्क्सवाद वधिया सी ना, बैठा सी, उन्हें एक गल करके ही उन्हें कह लो उन्हें सत्यानाश करता। ਉਹ ਕਹਿੰਦਾ ਵੀ ਤੁਸੀਂ ਜਿਹੜੇ ਮਾਰਕਸਵਾਦ ਦੀਆਂ ਗੱਲਾਂ ਕਰਦੇ, ਮੈਂ ਇੱਥੇ ਉਦੋਂ ਅਜੇ ਮੈਨੂਅਲ ਕੰਮ ਹੀ ਸੀ, ਬਹੁਤਾ ਮਤਲਬ ਟੈਕਨੋਲੋਜੀ ਨਹੀਂ ਸੀ 70 ਕਹਿੰਦਾ ਮੈਂ ਕਾਰਾਂ ਜਿਹੜੀਆਂ ਕੈਥਲਿਕ ਬਣ ਕੇ ਮੈਂ ਪੋਚਾ ਫੇਰਦਾ ਹੁੰਦਾ ਸੀ, ਉਹਨੂੰ ਸਾਫ਼ ਕਰਨਾ, ਚਮਕਾਉਣ ਦਾ ਕੰਮ। ਇਸ ਵੇਲੇ ਕਹਿੰਦਾ ਕੈਥਲਿਕ 2 ਖੜੀਆਂ, ਘਰ ਮੇਰਾ ਪੇਡ ਆਫ, ਹਾਂਜੀ, ਔਰ ਮੈਂ ਆ ਬੋਟ ਖੜੀ ਆ, ਹਰ ਸਾਲ ਮੈਂ ਜਾਂਦਾ ਮਜ਼ੇ ਕਰਦਾ। ਕੀ ਬਾਤ। ਤੇ ਇਹ ਕਿਹੜੇ ਮਾਰਕਸਵਾਦ ਦੀ ਗੱਲ ਕਰਦੇ, ਅਸੀਂ ਤੋਂ ਪਹਿਲਾਂ ਹੀ ਆਪਣੇ ਮਜ਼ਦੂਰਾਂ ਨੂੰ ਦੇ ਦਿੱਤਾ। ਹਾਂ, और बड़ी वैलिड पॉइंट सी जी। ਤੇ ਹੁਣ ਹੀ ਮੈਂ ਮਹਿਸੂਸ ਕਰਦਾ ਕਿ ਠੀਕ ਹੈ, ਅਸੀਂ ਬਹੁਤ ਕੁਝ ਮਾਰਕਸਵਾਦ ਤੋਂ ਸਿੱਖਿਆ ਵੀ ਆ, ਪਰ ਜਿਹੜਾ ਅਸਲ ਦੇ ਵਿੱਚ 1993 ਦੇ ਵਿੱਚ ਉਹਦਾ ਫਾਲ ਹੋਣ ਜਾਣ ਦਾ ਇਹੋ ਸਬਬ ਸੀ ਨਾ ਕਿ ਇਟ ਵਾਸ ਨਾਟ ਵਰਕਿੰਗ। ਇਟਸ ਵੈਰੀ ਗੁੱਡ ਬੁਕਿਸ਼ ਤੁਸੀਂ ਕਹਿੰਦੇ ਥਿਊਰੀ, ਮਤਲਬ ਕਿਤਾਬਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਉਹ ਵਧੀਆ ਗੋਲਡਨ। ਅਦਰਵਾਈਜ਼ ਜੇ ਤੁਸੀਂ ਪ੍ਰੈਕਟੀਕਲੀ ਦੇਖੋ ਕਿ ਮਾਰਕਸਵਾਦ ਦੀ ਜਿਹੜੀ ਅੱਜ ਦੇ ਦਿਨਾਂ ਦੇ ਵਿੱਚ ਵੈਲਿਊ ਹੋ ਸਕਦੀ ਹੈ, ਜਿਨ੍ਹਾਂ ਨੇ ਪਾਉਣੀ ਆ ਉਹ ਪਾ ਵੀ ਰਹੇ ਆ, ਲੇਕਿਨ ਜੇ ਕਹੀਏ ਕਿ ਵੀ ਪੂਰੀ ਮਨੁੱਖਤਾ ਦੇ ਉੱਪਰ ਉਹਦੀ ਕਦਰੋ ਕੀਮਤ ਬਣੇਗੀ, ਮੈਨੂੰ ਲੱਗਦਾ ਸ਼ਾਇਦ ਮੇਰੀ ਜੱਜ ਉਹਨਾਂ ਦਿਨਾਂ ਵਿੱਚ ਜਦ ਮੈਂ ਇੰਗਲੈਂਡ ਦੇ ਵਿੱਚ ਮੈਂ ਫਿਰ ਤੁਹਾਡੀ ਉਹ PhD ਵੱਲ ਨੂੰ ਆਉਣਾ ਕਿ ਮੈਂ ਮਹਿਸੂਸ ਕੀਤਾ ਕਿ ਯਾਰ ਇੰਨੀ ਕੰਟਰੀਬਿਊਸ਼ਨ ਹੈ ਨਾ ਧਰਮ ਦੀ, ਜੋ ਕੁਝ ਵੀ ਸਾਨੂੰ ਨਜ਼ਰ ਆਉਂਦਾ ਨਾ ਵੈਸਟ ਵਿੱਚ, ਇਹ ਧਰਮ ਦੀ ਦੇਣ। ਠੀਕ ਹੈ, ਇਹਨਾਂ ਨੇ ਬਾਈਬਲ ਦਾ ਇੱਕ ਇੱਕ ਪੁਰਜਾ ਪਾੜ ਕੇ ਰੱਖਤਾ, ਉਹਦੇ ਚ ਜੋ ਕੁਝ ਸੀ ਕੱਢ ਕੇ ਤੇ ਉਹਨੂੰ ਮੈਨੀਫੈਸਟ ਕੀਤਾ, ਉਹਨੂੰ ਅਪਲਾਈ ਕਰਤਾ। ਇੱਥੇ ਦੀ ਪੋਲਿਟਿਕਸ, ਇੱਥੇ ਦੀਆਂ ਯੂਨੀਅਨਸ, ਇੱਥੇ ਦੀ ਵੈਲਫੇਅਰ, ਇੱਥੇ ਦਾ ਸੋਸ਼ਲ ਸਰਵਿਸਿਜ਼, ਜੋ ਕੁਝ ਵੀ ਆ ਉਹ ਸਾਰਾ ਧਰਮ ਨੇ ਦਿੱਤਾ। ਐਂਡ ਦੈਟ ਮੇਡ ਮੀ ਇੰਟਰਸਟਿੰਗ ਕਿ ਮੈਂ ਇਹਦੀ ਬਾਬਤ ਕੁਝ ਹੋਰ ਲਰਨ ਕਰਾਂ। बैकग्राउंड तो मेरी सी क्रिश्चियनिटी दी, तो दैट वाज द टाइम व्हेन आई डिड माय BTH, बैचलर इन थियोलॉजी फ्रॉम ऑक्सफोर्ड। अच्छा, फिर मैं सेंट्रल कॉलेज तो मास्टर्स की थी बर्मिंघम यूनिवर्सिटी तो। जब मैं इत्थे आया तो मेरे लिए इत्थे 85 च मैं। अच्छा, 85 च मैनू बुला लिया गया 100 हम्प्री स्ट्रीट ते to be as a hosting person in there। तो फिर डाउनटाउन, हाँ डाउनटाउन ਹੁੰਦੀ ਸੀ, ਹੁਣ ਤਾਂ ਇੱਥੇ ਕ੍ਰਾਸਰੋਡ ਕਮਿਊਨੀਕੇਸ਼ਨ ਬਰਲਿੰਗਟਨ ਦੇ ਵਿੱਚ ਚੌਥੀ ਨੇ। ਤੇ ਉਹ ਫਿਰ ਮੈਂ ਉੱਥੇ ਕੋਈ 12 ਸਾਲ ਹੋਸਟਿੰਗ ਕੀਤੀ ਉਹਦੀ। ਵਾਹ, ਦੈਟ ਵਾਸ ਅ ਟਾਈਮ ਜਦੋਂ ਮੇਰੀ ਇਹ ਵੀ ਗੱਲ ਬਣ ਗਈ ਕਿ ਯਾਰ ਮੇਰੀ ਕਮਿਊਨਿਟੀ ਜਿਹੜੀ ਬੈਕਗ੍ਰਾਉਂਡ ਵੀ ਆ ਉਹ ਸਾਰੀ ਇਹ ਮਹਿਸੂਸ ਕਰਦੀ ਕਿ ਮੈਂ ਬਾਕੀ ਧਰਮਾਂ ਨੂੰ ਵੀ ਲਰਨ ਕਰਾਂ। तो मैं फिर डैलस यूनिवर्सिटी ਦੇ ਵਿੱਚ PhD ਕਰਨ ਲਈ ਜੁਆਇਨ ਹੋ ਗਿਆ। ਬਹੁਤ ਅੱਛਾ। तो दैट वाज द टाइम मेरे मेजर सब्जेक्ट ਸੀ ਸਿੱਖੀਜ਼ਮ, ਇਸਲਾਮ ਐਂਡ ਹਿੰਦੂਇਜ਼ਮ ਇਨਕਲੂਡਿੰਗ ਬੁੱਧਿਜ਼ਮ। ਕੀ ਬਾਤ। ਸੋ ਡਾਕਟਰ ਸਾਹਿਬ ਤੁਸੀਂ ਮਾਫ ਕਰਨਾ ਤੁਹਾਡੀ ਗੱਲ ਵਿੱਚ ਕੱਟ ਰਿਹਾ, ਉਸ ਤੋਂ ਬਾਅਦ ਇਹ ਵੀ ਸੁਣਨ ਨੂੰ ਮਿਲਿਆ ਕਿ ਤੁਸੀਂ ਕਿਸੇ ਵੱਡੀ ਯੂਨੀਵਰਸਿਟੀ, ਕਿਸੇ ਵੱਡੇ ਕਾਲਜ ਦੇ ਵਿੱਚ
ਤੁਸੀਂ ਐਜ਼ ਅ ਪ੍ਰੋਫੈਸਰ? ਹਾਂ, ਮੈਂ ਯਾਰਕ ਯੂਨੀਵਰਸਿਟੀ 'ਚ ਹੁਣ ਵੀ ਮੈਂ ਉਹਨਾਂ ਦਾ ਵਿਜ਼ਿਟਿੰਗ ਪ੍ਰੋਫੈਸਰ ਹੈਗਾ, ਜਾਂ ਮੈਂ ਬਾਹਰ ਸੈਮੀਨਾਰ ਕਰਨ ਜਾਂਦਾ ਯੂਨੀਵਰਸਿਟੀਆਂ ਦੇ ਵਿੱਚ। ਬਟ ਆਈ ਵਾਜ਼ ਅ ਲੈਕਚਰਰ, ਜੂਨੀਅਰ ਯੂ ਕੈਨ ਸੇ ਇਟਸ ਕਾਲਡ ਹੀਅਰ ਅਸਿਸਟੈਂਟ ਪ੍ਰੋਫੈਸਰ ਸੀ, ਤੇ ਉਹਨਾਂ ਕੋਲ ਹੋਰ ਕੋਈ ਵੀ ਨਹੀਂ ਸੀ। ਅੱਜ ਵੀ ਜਿਹੜੀ ਸਾਡੀ ਮੁਸ਼ਕਿਲ ਹੈਗੀ ਸਿੱਖ ਧਰਮ ਦੀ, ਮੈਂ ਮਹਿਸੂਸ ਕਰਦਾ ਉਹ ਇਹ ਕਿ ਸਾਡੇ ਕੋਲ ਸਕਾਲਰ ਨਹੀਂ ਹੈਗੇ। ਜੇ ਹੈਗੇ ਵੀ ਆ ਤੇ ਉਹਨਾਂ ਨੇ ਬਾਈਬਲ ਦੇ ਡਾਕਟਰਸ ਇੰਨੇ ਗੋਲਡਨ ਹੈਗੇ ਸਿੱਖ ਧਰਮ 'ਚ, ਪਰ ਉਹਨਾਂ ਦੀ ਥਿਓਲੋਜੀ ਨਹੀਂ ਬਣਾਈ। ਹੁਣ ਤੁਹਾਡੇ ਲਈ ਸ਼ਾਇਦ ਨਵਾਂ ਲਫ਼ਜ਼ ਥਿਓਲੋਜੀ ਬਣਾਉਣ ਦਾ ਮਤਲਬ ਇਹ ਹੁੰਦਾ ਕਿ ਓਕੇ ਗॉड ਇਜ਼ ਵਨ, ਇਹ ਇੱਕ ਡਾਕਟਰ ਹੈ ਜੀ, ਹਾਊ ਹੀ ਇਜ਼ ਵਨ, ਵਾਟ ਆਰ ਦ ਅਦਰ ਐਨਾਲਿਸਿਸ ਫॉर दैट, ਇਹ ਉਹਦੀ ਥਿਓਲੋਜੀ ਬਣਾਉਣਾ। ਉਹ ਥਿਓਲੋਜੀ ਬਣਾਈ ਨਹੀਂ। ਇਸ ਕਰਕੇ ਸਾਡਾ ਜਿਹੜੀ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਸੰਤ ਮਤ ਤੇ ਉਹ ਸੰਤਵਾਦ ਨੇ ਸਾਰੇ ਧਰਮ ਨੂੰ ਰੋਲ ਕੇ ਰੱਖਿਆ। ਆਪਾਂ ਕਿਸੇ ਦਿਨ ਇਸ ਵਿਸ਼ੇ ਦੇ ਉੱਪਰ ਵੀ ਗੱਲ ਕਰਾਂਗੇ, ਪਰ ਅੱਜ ਜੋ ਅਸੀਂ ਇੱਕ ਚੌਖਟੇ ਦੇ ਵਿੱਚ ਜਿਸ ਸੰਦਰਭ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ, ਉਹ ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਘਾਣ ਹੈ ਜਿਹੜਾ, ਉਹ ਇਕੱਲੇ ਮੈਂ ਕਿਸੇ ਸਪੈਸੀਫਿਕ ਦੇਸ਼ ਦਾ ਨਾਮ ਨਹੀਂ ਲਵਾਂਗਾ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਾਨੂੰ ਨਿਊਜ਼ ਹਰ ਰੋਜ਼ ਵਾਂਗੂ ਮਿਲਦੀਆਂ। ਔਰ ਅੱਜ ਜਿਹੜਾ ਅਸੀਂ ਚੌਖਟੇ 'ਚ ਰੱਖਿਆ ਉਹ ਇਹ ਹੈ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਦਾ ਇੱਕ ਪਾਸੇ, ਦੂਜੀ ਗੱਲ ਜਿਹੜੇ ਕਿੱਤੇ ਨੂੰ, ਤੁਸੀਂ ਵੀ ਜਰਨਲਿਜ਼ਮ ਦੇ ਵਿੱਚ ਕੰਮ ਕੀਤਾ, ਤੁਸੀਂ ਜਰਨਲਿਜ਼ਮ ਪੜ੍ਹੀ ਹੈ, ਜਿਹੜੇ ਕਿੱਤੇ ਨੂੰ ਕਹਿੰਦੇ ਵੀ ਪੂਰੇ ਵਰਲਡ ਦੇ ਵਿੱਚ ਫਰੀडम ਹੈ, ਪੂਰੇ ਫਰੀडम ਹੈ, ਅੱਜ ਕੱਲ ਉਹੀ ਜਿਹੜਾ ਕਿੱਤਾ, ਮੇਰਾ ਮੁਰਾਦ ਪੱਤਰਕਾਰੀ ਤੋਂ ਆ, ਪੱਤਰਕਾਰਾਂ ਦੇ ਉੱਪਰ ਉਸੇ ਜਿਹੜੇ ਕਿੱਤਾ ਕਰ ਰਹੇ ਆ, ਪੱਤਰਕਾਰੀ ਕਰ ਰਹੇ ਆ, ਉਹਨਾਂ ਉੱਪਰ ਹੀ ਜ਼ਿਆਦਾ ਹਮਲੇ ਹੋ ਰਹੇ ਆ ਔਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤੁਸੀਂ ਕੀ ਸਮਝਦੇ ਹੋ? ਕਿਉਂਕਿ ਤੁਹਾਡਾ ਜਿਹੜਾ ਤਜਰਬਾ ਹੈ, ਅੱਜ ਤੁਹਾਡੀ ਉਮਰ 80 ਸਾਲ ਆ ਔਰ 50 ਤੋਂ ਉੱਪਰ ਸਾਲ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਔਰ ਜਰਨਲਿਜ਼ਮ ਤੁਸੀਂ ਕੀਤਾ, ਇੰਗਲੈਂਡ ਤੋਂ ਡਾਕਟਰੇਟ ਕੀਤੀ ਇੱਥੋਂ ਅਮਰੀਕਾ ਤੋਂ, ਫਿਰ ਉਸ ਤੋਂ ਬਾਅਦ ਪ੍ਰੋਫੈਸਰ, ਤੇ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਕਿਉਂ ਹੋ ਰਿਹਾ, ਪੱਤਰਕਾਰਾਂ ਉੱਪਰ ਹਮਲੇ ਕਿਉਂ ਹੋ ਰਹੇ? ਅਸਲ 'ਚ ਬਹੁਤ ਗਹਿਰਾ ਸਵਾਲ ਹੈ, ਤਾਂ ਮੈਂ ਸੋਚਦਾ ਕਿ ਆਪਾਂ ਜੇ ਘੰਟੇ ਬੱਧੇ ਬੋਲਦੇ ਰਹੀਏ ਤਾਂ ਖਤਮ ਨਹੀਂ ਹੋ ਸਕਦਾ, ਪਰ ਸ਼ੁਰੂਆਤ ਕੀਤੀ ਜਾਵੇ। ਅੱਜ ਜਿਹੜੀ ਪੱਤਰਕਾਰੀ ਨਾ, ਇਟਸ ਅ ਵੈਰੀ ਪਾਇਸ, ਜੇ ਐਕਚੁਅਲ ਕਿਸੇ ਨੇ ਪਿੱਛੇ ਜੇ ਮੈਨੂੰ ਫੇਸਬੁੱਕ ਤੇ ਸਵਾਲ ਪੁੱਛਿਆ ਸੀ ਕਿ ਪੱਤਰਕਾਰੀ 'ਚ ਅੱਜ ਕਿਤੇ ਤੁਸੀਂ ਬੇਲਾਗ ਪੱਤਰਕਾਰੀ ਵੀ ਕਿਤੇ ਬੇਦਾਗ ਪੱਤਰਕਾਰੀ ਲੱਭ ਸਕਦੇ, ਤੇ ਮੈਂ ਕਹਿੰਦਾ ਮਿਸਾਲ ਦੇ ਤੌਰ ਤੇ ਚਲੋ ਅਸੀਂ ਕੰਸਨਟ੍ਰੇਸ਼ਨ ਜ਼ਿਆਦਾ ਮੋਸਟਲੀ ਰੱਖਾਂਗੇ ਜਿਹੜੇ ਸਾਡੀ ਬੈਕਗਰਾਉਂਡ ਜੀ। ਇੰਡੀਆ ਦੇ ਵਿੱਚ ਪੱਤਰਕਾਰੀ ਦੀ ਹਾਲਤ ਇਹ ਆ ਕਿ ਅਜੇ ਮੇਰੇ ਦੋਸਤ ਹੈ ਡਾਕਟਰ ਡੀਪੀ ਸਿੰਘ ਹੁਣੇ ਆਏ ਇੰਡੀਆ ਤੋਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਹਾਲ ਚਾਲ ਹੈ ਉੱਥੇ? ਉਹ ਕਹਿੰਦੇ ਐਵਰੀਥਿੰਗ ਇਜ਼ ਸੋਲਡ ਦੇਅਰ। ਪੱਤਰਕਾਰੀ ਅੱਜ ਦੋ ਦਿਸ਼ਾਵਾਂ ਵੱਲ ਹਿੰਦੁਸਤਾਨ ਚੱਲ ਰਹੀ ਹੈ। ਇੱਕ ਤਾਂ ਦਿਸ਼ਾ ਹੈ ਜਿਹੜੀ ਖਰੀਦੀ ਗਈ। ਅੱਛਾ, ਖਰੀਦੀ ਗਈ ਇਹ ਹੈ ਕਿ ਮੈਂ ਮਹਿਸੂਸ ਕਰਦਾ ਕਿ ਜਿਹੜੇ ਜਦੋਂ ਵੀ ਕਿਤੇ ਥਿਓਕ੍ਰੈਟਿਕ ਸਟੇਟ ਬਣਦੀ ਹੈ ਨਾ ਧਰਮ ਦੇ ਉੱਤੇ, ਜਿੱਦਾਂ ਸਮਝ ਗਿਆ ਇਸਲਾਮਿਕ ਕੰਟਰੀਜ਼ ਜਿਹੜੇ ਜੀ, ਥਿਓਕ੍ਰੈਟਿਕ ਸਟੇਟ ਵੱਲ ਨੂੰ ਸਾਡੇ ਤੁਰਿਆ ਜਾਵੇ। ਬੀਜੇਪੀ ਪਾਰਟੀ ਧਰਮ ਦੀ ਪਾਰਟੀ ਹੈ। ਜੇ ਕੋਈ ਮੈਨੂੰ ਕਹੇ ਕਿ ਜੀ ਉਹ ਇਦਾਂ ਕਰ ਰਹੇ ਤਾਂ ਕਿਉਂ ਮੈਂ ਕਹਿੰਦਾ ਵੀ ਦੈਟਸ ਏ ਧਾਰਮਿਕ ਪਾਰਟੀ, ਤੇ ਜਦੋਂ ਤੁਸੀਂ ਵੋਟ ਦਿੱਤੇ ਸੀ ਅੱਜ ਤੁਸੀਂ ਕਹਿੰਦੇ ਉਹ ਕਿਉਂ ਇਦਾਂ ਕਰਦੇ, ਇਹ ਤੁਸੀਂ ਬਣਾਇਆ ਨਾ। ਅਜੇ ਕੱਲ ਮੇਰੀ ਇਹ ਸੀ ਕਿ ਜਿਹੜੇ ਅਧਿਕਾਰਾਂ ਦਾ ਘਾਣ ਕਰਨ ਵਾਲੇ, ਤੁਸੀਂ ਜਿਹੜੇ ਕਹਿੰਦੇ ਆ ਅਧਿਕਾਰਾਂ ਦਾ ਘਾਣ ਹੋ ਰਿਹਾ, ਯੂ ਵੋਟਡ ਦੈਮ ਇਨ, ਤੁਸੀਂ ਵੋਟਾਂ ਦਿੱਤੀਆਂ 1914 ਚ, ਤੁਸੀਂ ਜਦੋਂ ਵੋਟਾਂ ਦਿੱਤੀਆਂ ਜੀ, ਤੇ 1914 ਤੋਂ ਲੈ ਕੇ ਉਹ ਪਹਿਲੀ ਵਾਰੀ ਸੀ ਸਿਸਟਮੈਟਿਕਲੀ, ਆਈ ਟੈਲ ਯੂ ਆਈ ਨੋ ਦਾ ਹਿਸਟਰੀ ਆਫ ਦਿਸ ਪਾਰਟੀ, ਕੋਈ 30 ਤੋਂ 35 ਸਾਲ ਤੱਕ ਉਹ ਕੰਟੀਨਿਊਸਲੀ ਇਸ ਵਰਕ ਕਰ ਰਿਹਾ ਸੀ। ਅੱਛਾ, ਹਾਊ ਟੂ ਡੂ ਇਟ, ਹਾਊ ਟੂ ਥਿਓਕ੍ਰੈਟਿਕ ਸਟੇਟ ਕਿਵੇਂ ਜਮਾਉਣੀ ਹਿੰਦੂਤਵ ਨੇ ਜੀ। ਉਹਦੀ ਪੋਜੀਸ਼ਨ 'ਚ ਉਹਨਾਂ ਨੇ ਕੀ ਕੀਤਾ ਕਿ ਇੰਨਾ ਕੰਮ ਕੀਤਾ ਕਿ ਉਹਨਾਂ ਨੇ ਇੱਕ ਸਿਪਾਹੀ ਤੋਂ ਲੈ ਕੇ ਕਮਿਸ਼ਨਰ ਆਫ ਪੁਲਿਸ ਤੱਕ ਉਹਨਾਂ ਨੇ ਆਪਣੇ ਲਾਏ। ਅੱਛਾ, ਜੱਜਸ ਤੱਕ ਉਹਨਾਂ ਨੇ ਆਪਣੇ ਬਣਾਏ। ਟੋਟਲ ਪਾਰਟੀ ਇਸ ਵੇਲੇ ਜੇ ਬਜਾਏ ਤਾਂ ਆਪੋਜੀਸ਼ਨ ਪਾਰਟੀ ਹੈ ਹੀ ਨਹੀਂ, ਟੋਟਲ ਪਾਰਟੀ ਉਹ ਰਾਜ ਕਰ ਰਹੀ। ਤਾਂ ਕਿਉਂ ਨਾ ਬਦਲਣਗੇ? ਉਹ ਮਸਜਿਦਾਂ ਵੀ ਢਾਉਣਗੇ, ਗੁਰਦੁਆਰਿਆਂ ਤੇ ਵੀ ਹਮਲੇ ਕਰਨਗੇ, ਗੁਰਦੁਆਰਿਆਂ ਤੋਂ ਥੋੜਾ ਜਿਹਾ ਝਿਜਕਦੇ ਆ। ਇਹ ਫੀਲਰ ਸੀਗਾ ਸਮਝੋ, ਉਸ ਤੇ ਮਸਜਿਦ ਤਿਆਰ ਕਰ। ਔਰ ਇੱਕ ਜਿਹੜੀ ਥਿਓਕ੍ਰੈਟਿਕ ਸਟੇਟ ਹੈ ਉਹਦੇ ਤਿੰਨ ਸਾਹਮਣੇ ਵੱਡੀਆਂ ਚੀਜ਼ਾਂ ਹੁੰਦੀਆਂ ਜੇ ਤੇ ਪਹਿਲੋਂ ਕਬਜ਼ਾ ਕਰਨਾ। ਇੱਕ ਤਾਂ ਇਹ ਕਿ ਉਹਦੀ ਪੋਲਿਟਿਕਸ ਹਰ ਪ੍ਰੋਵਿੰਸ਼ੀਅਲ ਜਿਹੜੀ ਆ ਉਹਦੇ ਉੱਤੇ ਉਹਨਾਂ ਦਾ ਰਾਜ ਹੋਵੇ। ਠੀਕ ਹੈ। ਸੈਕੰਡ ਜਿਹੜੀ ਹੈ ਵੱਡੀ ਚੀਜ਼ ਉਹ ਇਹ ਹੋਵੇ ਕਿ ਮੀਨਸ ਆਫ ਕਮਿਊਨੀਕੇਸ਼ਨ ਉਹਨਾਂ ਦੇ ਅੰਦਰ ਹੋਣ। ਹੁਣ ਉਹਨਾਂ ਦੇ ਅੰਡਰ ਹੈ ਸਾਰਾ ਕਮਿਊਨੀਕੇਸ਼ਨ,
ਅਖਬਾਰਾਂ ਦੀ ਪੱਤਰਕਾਰੀ ਕਹਿ ਲਓ, ਸੈਟੇਲਾਈਟ ਦੀ ਪੱਤਰਕਾਰੀ ਕਹਿ ਲਓ, ਰੇਡੀਓ ਦੀ ਪੱਤਰਕਾਰੀ ਕਹਿ ਲਓ, ਉਹਨਾਂ ਦੇ ਅੰਡਰ ਕੰਮ ਕਰ। ਜਿਹੜਾ ਨਹੀਂ ਕਰੂਗਾ ਉਹ ਮਰ ਜੂ। ਬਿਲਕੁਲ। 1914 ਤੋਂ ਲੈ ਕੇ 2014 ਤੋਂ ਲੈ ਕੇ 2014 ਉਹ ਤੋਂ ਲੈ ਕੇ ਹੁਣ ਤੱਕ ਜੀ, ਜਦੋਂ ਤੋਂ ਉਹਨਾਂ ਦੀ ਪਾਰਟੀ ਹੈ, 200 ਪੱਤਰਕਾਰਾਂ ਤੇ ਉਹਨਾਂ ਨੇ ਹਮਲੇ ਕੀਤੇ, ਬੁਰੀ ਤਰ੍ਹਾਂ ਕਾਇਲ ਕੀਤੇ। ਔਰ ਦੈਟ ਵਾਸ ਟਾਰਗੇਟਡ ਕਿਲਿੰਗ। ਉਹਨਾਂ ਚੋਂ 51 ਉਹ ਸੀ ਜਿਹੜੇ ਮਾਰ ਦਿੱਤੇ ਗਏ, ਲੇਡੀਜ਼ ਵੀ ਜੀ। ਹੁਣ ਜਿਹੜਾ ਉਹ ਇਹ ਸਿਲਸਿਲਾ ਹੋਇਆ ਤਾਂ ਉਹਦੇ ਵਿੱਚ ਪੱਤਰਕਾਰ ਸਕੇਅਰਡ ਹੈ। ਇੱਕ ਚੀਜ਼ ਜ਼ਰੂਰ ਮਾੜੀ ਹੈਗੀ ਹੈ ਸਾਡੇ, ਔਰ ਮੈਂ ਸੋਚਦਾ ਇਹ ਗੁਲਾਮੀ ਦਾ ਇੱਕ ਭਾਗ ਆ ਜੀ, ਕਿ ਜਦੋਂ ਗੁਲਾਮੀ ਕੰਟੀਨਿਊਸਲੀ ਇੱਕ ਕੌਮ ਤੇ ਰਹਿੰਦੀ ਹੈ, ਮਿਸਾਲ ਦੇ ਤੌਰ ਤੇ ਆਈ ਟੈਲ ਯੂ ਹਿਸਟੋਰੀਕਲੀ ਸਪੀਕਿੰਗ ਕਿ ਜੀ ਗੋਰਿਆਂ ਨੇ ਆ ਕਰਤਾ, ਗੋਰਿਆਂ ਨੇ ਆ ਕਰਤਾ, ਫਾਈਨ, ਉਹਨਾਂ ਨੇ ਰਾਜ ਕਰਨਾ ਸੀ, ਉਹ ਡਿਕਟੇਟਰ ਸੀ, ਉਹਨਾਂ ਨੇ ਕਰਨਾ ਸੀ। ਬਿਲਕੁਲ। ਤੁਸੀਂ 1947 ਤੋਂ ਲੈ ਕੇ ਹੁਣ ਤੱਕ ਕੀ ਕਰ ਰਹੇ? ਬਿਲਕੁਲ ਸੋਚਣ ਵਾਲੀ ਗੱਲ ਤਾਂ ਇਹ ਹੈ। ਠੀਕ ਹੈ। ਉਹਨਾਂ ਨੇ ਜੀ ਸਾਨੂੰ ਮਾਰਤਾ ਜੀ, ਉਹਨਾਂ ਨੇ ਸਾਨੂੰ ਗੁਲਾਮ, ਉਹਨਾਂ ਦੇ ਅਸੀਂ ਗੁਲਾਮ ਸੀ, ਉਹਨਾਂ ਨੇ ਕਰਨਾ ਸੀ। ਹੁਣ ਤੁਸੀਂ ਕੀ ਕਰਦੇ? ਡਾਕਟਰ ਸਾਹਿਬ ਦੇਖਿਆ ਜਾਵੇ ਤਾਂ ਗੋਰਿਆਂ ਤੋਂ ਬਾਅਦ, ਅੰਗਰੇਜ਼ਾਂ ਤੋਂ ਬਾਅਦ ਵੀ ਸਿਰਫ ਟੋਪੀਆਂ ਤੇ ਪੱਗਾਂ ਹੀ ਬਦਲੀਆਂ। ਬਿਲਕੁਲ। ਚਿਹਰੇ ਬਦਲੇ ਆ, ਬਾਕੀ ਉਹਨਾਂ ਦੇ ਵਿੱਚ ਧੜ ਦੇ ਵਿੱਚ ਜੋ ਕੰਮ ਕਰ ਰਹੀ ਹੈ ਉਹ ਡਿਕਟੇਟਰਸ਼ਿਪ ਹੀ ਕਿਤੇ ਨਾ ਕਿਤੇ ਕੰਮ ਕਰ ਰਹੀ ਹੈ। ਅੱਛਾ, ਤੀਸਰਾ ਪਾਰਟ ਵਿੱਚ ਜਿਹੜਾ ਤੁਹਾਡਾ ਸੀ ਕਿ ਜਰਨਲਿਜ਼ਮ ਦੇ ਉੱਤੇ ਕਬਜ਼ਾ ਕੀਤਾ ਜਾਏ, ਕਿਉਂਕਿ ਇਹ ਸੋਰਸਿਸ ਆ ਜਿਹੜੀ ਪ੍ਰਚਾਰ ਮੀਡੀਆ ਨੂੰ ਆਪਣੇ ਕੰਟਰੋਲ 'ਚ ਰੱਖਦੀ। ਬਿਲਕੁਲ ਠੀਕ। ਇਸ ਵੇਲੇ ਇੱਕ ਜਰਨਲਿਸਟ ਦੀ ਕੰਡੀਸ਼ਨ ਹੈ ਕਿ ਜਾਂ ਤਾਂ ਉਹ ਗਵਰਨਮੈਂਟ ਦੇ ਨਾਲ ਚੱਲੂ, ਪੈਸੇ ਵੀ ਦੇਣਗੇ ਉਹਨੂੰ, ਠੀਕ ਹੈ, ਦੇ ਹੈਵ ਮਨੀ, ਬਾਈ ਕਰਨਗੇ। ਜੇ ਨਹੀਂ ਚੱਲੂਗਾ ਤੇ ਉਹਨੂੰ ਥ੍ਰੈਟ ਕੀਤਾ ਜਾਊਗਾ, ਮਾਰ ਦੇਣਗੇ ਤੈਨੂੰ। ਔਰ ਹੋਏ ਵੀ, ਮੈਂ ਤੁਹਾਨੂੰ ਦੱਸਿਆ ਹੁਣੇ, 200 ਹਮਲੇ ਹੋਏ ਜਰਨਲਿਸਟਾਂ ਦੇ ਵਿੱਚ, ਜਿਨ੍ਹਾਂ ਚ ਲੇਡੀਜ਼ ਵੀ ਜਿਹੜੀਆਂ ਮਾਰੀ, 51 ਉਹ ਲੋਕ ਜਿਹੜੇ ਡੈਡ ਆ। ਠੀਕ ਹੈ ਨਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਸਿਚੁਏਸ਼ਨ ਦੇ ਵਿੱਚ ਜੀ ਹਿੰਦੁਸਤਾਨ ਦੇ ਵਿੱਚ ਪੱਤਰਕਾਰੀ ਕਰਨਾ ਇੰਨਾ ਹੀ ਡਿਫਿਕਲਟ ਹੈ ਜਿੰਨਾ ਤੁਸੀਂ ਇਹ ਕਹਿ ਲਓ ਕਿ ਇੱਕ ਆਦਮੀ ਦਾ ਸਾਹ ਲੈਣਾ। ਹਾਂ, ਇਟਸ ਕਾਲਡ ਗੈਗ ਆਰਡਰ। ਗੈਗ ਆਰਡਰ ਦਾ ਮਤਲਬ ਹੈ ਕਿ ਉਹ ਕਾਨੂੰਨ ਉਹਨਾਂ ਨੇ ਪੋਟਾ ਤੇ ਇਹ ਉਹ ਜਿਹੜੇ ਹੈਗੇ ਆ ਰਾਹ ਦੇ ਅੰਦਰ ਬਣਾਤੇ ਆ ਜੀ, ਕਿ ਤੁਸੀਂ ਮਾੜਾ ਜਿਹਾ ਲਫ਼ਜ਼ ਉਹਨਾਂ ਦੇ ਖਿਲਾਫ ਕਹਿ ਕੇ ਚੱਕ ਕੇ ਤੁਹਾਨੂੰ ਅੰਦਰ ਦੇ ਦੇਣਗੇ ਕਿ ਇਹ ਜੀ ਸਾਡੇ ਦੇਸ਼ ਦੀ ਵਿਦਰੋਹ ਕਰ ਰਿਹਾ, ਦੇਸ਼ ਦੇ ਖਿਲਾਫ ਆ। ਤਾਂ ਹਾਊ ਵੁੱਡ ਯੂ ਬਰੀਥ ਇਨ ਸੱਚ ਅ ਕੰਟਰੀ? ਬਿਲਕੁਲ। ਤੇ ਹੁਣ ਇਸ ਸਿਲਸਿਲੇ ਦੇ ਵਿੱਚ ਜਿਹੜੀ ਮੇਜਰ ਚੀਜ਼ ਹੈ ਜਿਹੜੀ ਸਫਰ ਕਰ ਰਹੀ ਹੈ ਕਮਿਊਨਿਟੀ, ਉਹ ਹੈਗੀ ਪੱਤਰਕਾਰੀ। ਪੱਤਰਕਾਰੀ ਤੁਸੀਂ ਮੈਨੂੰ ਨਾਂ ਲੈ ਕੇ ਦੱਸੋ ਜਿਹੜਾ ਮੈਂ ਇਹ ਕਹਿ ਦਵਾਂ ਕਿ ਪੱਤਰਕਾਰ ਉਹ ਆਜ਼ਾਦ ਕੰਮ ਕਰਦੇ। ਜਿਹੜੇ ਹੈਗੇ ਹੁਣ ਉਹ ਵਕੀਲ ਸੀ, ਉਹ ਪੱਤਰਕਾਰ ਵੀ ਸੀ, ਕੀ ਉਹਦਾ ਨਾਂ ਅਨੀਸ਼ ਹੁਣੇ ਜਾਏ ਜੀ, ਪਿੱਛੇ ਜੇ ਉਹਨਾਂ ਨੂੰ ਹਟਾਇਆ ਵੀ ਗਿਆ। ਹਾਂਜੀ। ਤਾਂ ਹੁਣ ਪਤਾ ਕੀ ਕੀਤਾ, ਉਹ ਪਰਸੋਂ ਉਹ ਮੈਨੂੰ ਨਾ ਭੁੱਲ ਗਿਆ ਉਹਦੇ ਕੇਸ, ਹਾਲਾਂਕਿ ਉਹ ਆਪ ਵਕੀਲ ਆ, ਸੁਪਰੀਮ ਕੋਰਟ ਨੇ ਉਹਦੇ ਖਿਲਾਫ ਮਤਲਬ ਦੇਤਾ। ਹੁਣ ਜੇ ਉਹ ਫੈਸਲਾ ਦੇਤਾ, ਅਗਲੇ ਹਫਤੇ ਉਹਨਾਂ ਸਜ਼ਾ ਸੁਣਾਉਣੀ ਹੈ ਜੀ। ਅਗਲੇ ਹਫਤੇ ਜੇ ਉਹ 7 ਤੋਂ 10 ਸਾਲ ਜਾਂ 15 ਸਾਲ ਦੇ ਅੰਦਰ ਠੋਕ ਦੇਣਗੇ ਤਾਂ ਉਹਦਾ ਰਹਿ ਕੀ ਜਾਣਾ ਜਦੋਂ ਬਾਹਰ ਆਉਣਾ। ਬਿਲਕੁਲ। 10-15 ਸਾਲ ਲਈ ਜੇ ਉਹ ਬੰਦਾ ਜੇਲ੍ਹ 'ਚ ਬੈਠਾ ਰਿਹਾ ਤਾਂ ਉਹ ਤਾਂ ਬਿਲਕੁਲ ਕਰੀਅਰ ਜਬ ਸਭ ਕੁਝ ਤਬਾਹ। ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਜੇ ਇਸ ਭਾਰਤ ਦੇ ਵਿੱਚ ਜਿੱਥੇ ਸਾਡੀਆਂ ਜੜ੍ਹਾਂ ਜਾਂ ਜਿੱਥੇ ਜਿਹੜਾ ਸਾਡੀ ਜਨਮ ਭੂਮੀ ਹੈ, ਜਿੱਥੋਂ ਅਸੀਂ ਜੰਮ ਕੇ ਆਏ ਹਾਂ, ਜੇ ਉੱਥੇ ਅੱਜ ਇਹ ਸਾਬਤ ਕਰਨ ਲਈ ਕਿ ਇਸੇ ਹਿੰਦੂ ਰਾਸ਼ਟਰ ਜੀ, ਉਹ ਇਹ ਕਹਿ ਰਹੇ, ਫਰੈਂਕਲੀ ਕਹਿ ਰਹੇ ਕਿ ਜਿੱਦਾਂ ਇੱਕ ਇਸਲਾਮਿਕ ਮੁਲਕ ਹੈਗੇ ਆ ਜਿਹੜੇ ਮਿਡਲ ਈਸਟ ਦੇ ਵਿੱਚ 58 ਇਸਲਾਮਿਕ ਕੰਟਰੀਜ਼ ਹੈ, ਇਸ ਤਰ੍ਹਾਂ ਯੂਰਪ ਤੋਂ ਲੈ ਕੇ ਕ੍ਰਿਸਚੀਅਨ ਵਰਲਡ ਹੈ, ਅਸੀਂ ਇੱਕ ਹਿੰਦੂ ਵਰਲਡ ਬਣਾਉਣਾ ਚਾਹੁੰਦੇ। ਅੱਛਾ। ਹੁਣ ਉਸ ਸਿਚੁਏਸ਼ਨ ਦੇ ਵਿੱਚ ਜਿੱਥੇ ਇਸ ਵੇਲੇ 27 ਮਿਲੀਅਨ ਸਿੱਖ ਰਹਿੰਦੇ ਆ, 31 ਦੇ ਕਰੀਬ ਜਿਹੜੇ ਉਹ ਕ੍ਰਿਸਚੀਅਨ ਹੈਗੇ ਆ, ਇਸਲਾਮ ਉੱਥੇ ਪਾਕਿਸਤਾਨ ਨਾਲੋਂ ਜ਼ਿਆਦਾ, ਤੇ ਜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਮਸਜਿਦਾਂ ਤੋੜ ਕੇ ਉੱਥੇ ਮੰਦਿਰ ਬਣਾਇਆ ਜਾ ਰਿਹਾ ਐਂਡ ਦੇ ਡੋਂਟ ਸਪੀਕ, ਇਹਦੇ ਪਿੱਛੇ ਕੀ ਛੁਪਿਆ ਹੋਇਆ ਕਿ ਉਹਨਾਂ ਤੇ ਪ੍ਰੈਸ਼ਰ ਇਸ ਕਿਸਮ ਦਾ ਕਿ ਇਫ ਯੂ ਸਪੀਕ ਜਾਂ ਜੇ ਤੁਸੀਂ ਕੁਝ ਲਿਖੋਗੇ ਵੀ ਯੂ ਆਰ ਇਨ ਜੀ। ਤੁਸੀਂ ਅੰਦਾਜ਼ਾ ਲਾਓ ਕਿ ਇੱਕ ਪਾਕਿਸਤਾਨ ਨੂੰ ਜ਼ਿਆਦਾ ਉੱਥੇ ਇਸਲਾਮਿਕ ਮੁਲਕ ਦੇ ਲੋਕ ਰਹਿੰਦੇ, ਮੁਸਲਮਾਨ ਰਹਿੰਦੇ ਹੋਣ, ਤਾਂ ਉਹਨਾਂ ਚੋਂ ਇੱਕ ਬੰਦੇ ਨੇ ਸਟੇਟਮੈਂਟ ਨਹੀਂ ਦਿੱਤੀ। ਤੇ ਜਿਹੜੀ ਆਪੋਜੀਸ਼ਨ ਦੇ ਵਿੱਚ ਕਮਿਊਨਿਸਟ ਲੋਕ ਹੈ ਜਾਂ ਕਾਂਗਰਸ ਹੈ, ਵਾਈ ਡੋਨਟ ਦੇ ਸਪੀਕ ਅਬਾਊਟ ਇਟ? ਉਹਨਾਂ ਨੂੰ ਵੀ ਧਰ ਲੈਂਦੇ। ਬਿਲਕੁਲ ਠੀਕ ਹੈ। ਸੋ ਸਿਚੁਏਸ਼ਨ ਇੱਕ ਪੱਤਰਕਾਰੀ ਕਰਨੀ, ਬੇਸ਼ੱਕ ਉਹ ਟੀਵੀ ਤੇ ਹੋਵੇ ਜਾਂ ਕਿਸ ਤਰ੍ਹਾਂ ਵੀ ਹੋਵੇ, ਨਿਊਜ਼ਪੇਪਰ ਵਾਲੀ ਹੋਵੇ, ਉਹ ਇੰਨੀ ਮੁਸ਼ਕਲ ਆ ਕਿ ਯੂ ਨੈਵਰ ਨੋ ਟੁਮਾਰੋ ਯੂ ਵਿਲ ਬਰੀਥ অর not. So they are in a way putting a gag order on everyone and on the journalist.
ਔਰ ਇਸ ਤੋਂ ਅਗਲਾ ਪੁਆਇੰਟ ਹੈ, ਕਿਉਂਕਿ ਆਪਾਂ ਇਹਨਾਂ ਤਿੰਨੇ ਚਾਰੇ ਪੁਆਇੰਟਸ ਨੂੰ ਪੈਰਲਲ ਡਿਸਕਸ ਕਰਦੇ ਰਵਾਂਗੇ। ਅਗਲਾ ਪੁਆਇੰਟ ਹੈ ਜਿਹੜਾ ਕਿ ਬੁੱਧੀਜੀਵੀ ਹੈ, ਜਿਹੜੇ ਇੰਟੈਲੈਕਚੁਅਲ ਸੀ, ਜਿਨ੍ਹਾਂ ਨੂੰ ਫੜ ਕੇ ਧੱਕੇ ਨਾਲ ਗ੍ਰਿਫਤਾਰ ਕੀਤਾ ਗਿਆ, ਜੇਲ੍ਹਾਂ 'ਚ ਦਿੱਤਾ ਗਿਆ, ਅਸਲ ਦੇ ਵਿੱਚ ਉਹ ਸਾਰਾ ਮਾਜਰਾ ਕੀ ਹੈ ਡਾਕਟਰ ਸਾਹਿਬ? ਔਰ ਇਹ ਸਿਲਸਿਲਾ ਅਸਲ ਦੇ ਵਿੱਚ ਕਦੋਂ ਤੱਕ ਚੱਲਦਾ ਰਹੇਗਾ, ਕਦੋਂ ਠੱਲ ਪਾਈ ਜਾ ਸਕਦੀ? I don't think there is going to be an end. I will give a very bold statement ਕਿ ਹਿੰਦੁਸਤਾਨ ਆਜ਼ਾਦ ਕਦੋਂ ਸੀ? ਜੀ, ਪਹਿਲਾਂ ਉੱਥੇ 9ਵੀਂ ਸਦੀ ਦੇ ਬਿਗਨਿੰਗ, ਪਹਿਲੇ ਦਹਾਕੇ ਦੇ ਵਿੱਚ ਮੁਹੰਮਦ ਬਿਨ ਕਾਸਮ ਨੇ ਹਮਲਾ ਕੀਤਾ। ਦੈਟ ਵਾਜ਼ ਆਰ ਫਸਟ ਕੰਟੈਕਟ ਵਿਦ ਅਰਬ। ਜੀ, ਉਹਨੇ ਮੁਲਤਾਨ ਤੱਕ ਪੰਜਾਬ ਸਾਰਾ ਕੈਪਚਰ ਕਰ ਲਿਆ। ਉਹ ਤੋਂ ਪਹਿਲਾਂ ਹਿੰਦੁਸਤਾਨ ਇਟ ਵਾਜ਼ ਫਰੈਗਮੈਂਟਡ ਇਨ ਛੋਟੀਆਂ ਛੋਟੀਆਂ ਰਿਆਸਤਾਂ 'ਚ। ਉਹ ਵੀ ਰਿਆਸਤਾਂ ਜਿਹੜੀਆਂ ਆਪਾਂ ਹੁਣ ਵੀ ਦੇਖੀਆਂ, ਕਿੰਨੀ ਕੁ 100 ਰਿਆਸਤਾਂ ਸੀ। ਤੁਸੀਂ ਤਾਂ ਨਹੀਂ ਸੀ ਉਦੋਂ ਜੰਮੇ, ਮੈਂ ਉਦੋਂ 10 ਸਾਲ ਦਾ ਸੀ 1947 ਦੇ ਵਿੱਚ। ਸੋ ਆਈ ਹੈਵ ਸੀਨ ਦੈਟ ਆਲ ਸਿਨੈਰੀਓ। ਹਿੰਦੁਸਤਾਨ ਉਦੋਂ ਵੀ ਗੁਲਾਮ ਸੀ। ਕਿਹਦਾ ਸੀ ਗੁਲਾਮ? ਕਿ ਅਸੀਂ ਇਸ ਕਿਸਮ ਦਾ ਫਲਸਫਾ ਉਹਨਾਂ ਨੇ ਮਨੂਵਾਦ ਦਾ ਵਾਰ ਦਿੱਤਾ ਸੀ। ਉੱਥੇ ਆਜ਼ਾਦ ਸਿਰਫ ਇਹ ਸੀ ਜਿਹੜਾ ਪੰਡਤ ਕਲਾਸ ਹਿੰਦੂਤਵਾ ਦਾ, ਜਿਹੜਾ ਪ੍ਰੀਸਟ ਆ ਜਾਂ ਹਿੰਦੂ ਆ। ਅਦਰਵਾਈਜ਼ ਨੋ, ਉਹ ਕਾਹਦੀ ਆਜ਼ਾਦੀ ਸੀ? ਉਹਦੇ ਬਾਅਦ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਇੱਕ ਮੁਲਕ ਦੇ ਗੁਲਾਮ ਹੋਣ ਦਾ ਮਤਲਬ ਇਹ ਨਹੀਂ ਕਿ ਪਹਿਲਾਂ ਕਿੰਨੇ ਹਮਲਾ ਕੀਤਾ ਬਾਹਰ। ਉਹ ਆਪਣੀਆਂ ਕਰਤੂਤਾਂ ਦਾ ਆਪ ਗੁਲਾਮ ਹੋ ਜਾਂਦਾ। ਮਿਸਾਲ ਦੇ ਤੌਰ ਤੇ ਇੱਕ ਧਰਮ ਜਦੋਂ ਡਿੱਗਦਾ ਜਾਂ ਇੱਕ ਸੁਸਾਇਟੀ, ਉਹ ਜਦੋਂ ਡਿੱਗਦੀ ਖਤਮ ਹੁੰਦੀ ਹੈ, ਉਹ ਇਸ ਲਈ ਨਹੀਂ ਖਤਮ ਹੁੰਦੀ ਕਿ ਬਾਹਰੋਂ ਦੇ ਕੇਵ ਇਨ, ਇੱਦਾਂ ਕਹਿ ਲਓ ਕੋਈ ਨੀਆਂ ਜਿੱਦਾਂ ਜ਼ਮੀਨ 'ਚ ਧੱਸ ਜਾਂਦੀਆਂ ਨਾ, ਉਹ ਆਪਣੇ ਭਾਰ ਜਾਂ ਆਪਣੀ ਜਿਹੜੀ ਆਈਡੀਓਲੋਜੀ ਉਹਦੇ 'ਚ ਧੱਸ ਜਾਂਦਾ। ਆਪਣੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਹ ਲੈ ਕੇ ਬਹਿ ਜਾਂਦੀ ਹੈ। ਔਰ ਜਿਵੇਂ ਕਹਿੰਦੇ ਕਿ ਬਾਹਰ ਕੰਧ ਬਾਹਰ ਨੂੰ ਧੱਕਾ ਦੇਣ ਦੀ ਬਜਾਏ ਅੰਦਰ ਹੀ ਧੱਕਾ, ਉਹ ਆਪਣੇ ਆਪ ਕੇਵਨ ਨੂੰ ਕਹਿ ਦਿੰਦੇ ਸੀ। ਅੱਛਾ, ਹੁਣ ਜੇ ਉਸ ਤੋਂ ਲੈ ਕੇ ਹੁਣ ਤਾਂ ਹੀ ਗੁਲਾਮ ਹੀ ਰਹੇ ਸੀ। ਮੇਰੇ ਦੇਖਣ ਦੀ ਗੱਲ ਆ ਕਿ ਜਦੋਂ ਮੈਂ ਆਪ ਦੇਖਿਆ ਕਿ ਜਦੋਂ ਤੁਸੀਂ ਚੀਜ਼ਾਂ ਲੈਣ ਜਾਂਦੇ ਸੀ, ਹਿੰਦੁਸਤਾਨ ਜੀ ਸੋਨੇ ਦੀ ਚਿੜੀਆ ਹੁੰਦਾ ਸੀ, ਅਸੀਂ ਵੀ ਸੋਨੇ ਦੀ ਚਿੜੀਆ ਹੁੰਦਾ ਸੀ, ਬੜਾ ਅਮੀਰ ਹੋਣਾ, ਬੜਾ ਹੋਣਾ। ਅਲਟੀਮੇਟਲੀ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਇੱਥੇ ਵੀ ਆਇਆ, ਤੇ ਮੈਂ ਹੁਣੇ ਜੇ ਇੱਕ ਪੰਜਾਬੀ ਡੇਲੀ 'ਚ ਆਰਟੀਕਲ ਲਿਖਿਆ ਸੀ, ਉਹ ਮੈਂ ਕਿਹਾ ਮੈਨੂੰ ਤਾੜੀ ਗੱਲ ਹੈ, ਇਹਨਾਂ ਨੂੰ ਸੋਨੇ ਦੀ ਚਿੜੀਆ ਨਾ ਬਣਾਓ, ਇਹਨਾਂ ਨੂੰ ਆਟੀ ਦੀ ਚਿੜੀਆ ਬਣਾਓ, ਕੋਈ ਢਿੱਡ 'ਚ ਭੁੱਖ ਹਟੇ। ਇਸ ਸਵੇਰੇ ਉਸੇ ਹਿੰਦੁਸਤਾਨ 'ਚ ਓਵਰ 5 ਮਿਲੀਅਨ ਪੀਪਲ ਰਾਤ ਨੂੰ ਭੁੱਖੇ ਸੌਂਦੇ। ਔਰ ਬਹੁਤ ਹੀ ਮੰਦਭਾਗੀ ਜਿਹੜੀ ਜਿੱਥੇ ਹਿਊਮਨ ਰਾਈਟਸ ਦੀ ਗੱਲ ਤੁਸੀਂ ਕੀਤੀ, ਉਹ ਹੈ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਊਥ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਬੜੇ ਉੱਥੇ ਮਤਲਬ 2 ਔਰਤਾਂ ਪੱਤਰਕਾਰ ਜ਼ਖਮੀ ਵੀ ਹੋਈਆਂ। ਮੈਂ ਟੀਵੀ ਤੇ ਮੈਂ ਕਹਿ ਨਹੀਂ ਸਕਦਾ ਕਿਸ ਤਰ੍ਹਾਂ ਉਹ ਬੰਦੇ ਨੇ ਕੀ ਕੀਤਾ। ਉਹ ਥੱਪੜ ਮਾਰੇ 8 ਲੇਡੀਜ਼ ਨੂੰ, ਨੰਗਾ ਹੋ ਕੇ ਉਹਦੇ ਅੱਗੇ ਖੜਾ ਹੋ ਦੇਖ ਕੇ ਮੈਂ ਵੀ ਵਾਇਰਲ ਦੇਖਿਆ, ਵੀਡੀਓ ਹੋਈ ਦੇਖੀ। ਠੀਕ ਹੈ ਨਾ। ਹੁਣ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਇਹ ਸਾਰੀਆਂ ਗੁਲਾਮੀ ਦੀਆਂ ਗੱਲਾਂ। ਸੋ ਮਾਈ ਪ੍ਰੀਸਾਈਜ਼ ਪੁਆਇੰਟ ਵਿੱਚ ਜਿਹੜਾ ਮੈਂ ਦੱਸਣਾ ਕਿ ਜਿਸ ਹਾਲਾਤ ਦੇ ਵਿੱਚ ਅੱਜ ਹਿੰਦੁਸਤਾਨ ਫਿਰ ਚੱਲ ਰਿਹਾ, ਉਹਨੂੰ ਉਸ ਹਿੰਦੂਤਵਾ ਨੇ ਉਹਨਾਂ ਹੀ ਫਰੈਗਮੈਂਟੇਸ਼ਨ 'ਚ ਲੈ ਕੇ ਲਿਆ ਕੇ ਖੜਾ ਕਰ ਦੇਣਾ ਜਿਹੜੀਆਂ ਗੁਲਾਮੀ ਦੀਆਂ ਸੀ। ਬਿਲਕੁਲ, ਮਤਲਬ ਜਿੱਥੋਂ ਚੱਲੇ ਸੀ ਉੱਥੇ ਆ ਜਾਣਗੇ। ਐਂਡ ਇੰਡੀਆ ਵਿਲ ਨਾਟ ਬੀ ਅ ਡੈਮੋਕ੍ਰੈਟਿਕ ਫ੍ਰੀ ਕੰਟਰੀ, ਇਟ ਵਿਲ ਬੀ ਫਰੈਗਮੈਂਟਡ ਇਨਟੂ ਮੈਨੀ ਸਟੇਟਸ। ਬਿਲਕੁਲ ਜੀ। ਕਿਸੇ ਨੇ ਮੈਨੂੰ ਹੁਣੇ ਜਿਹਾ ਸਵਾਲ ਕੀਤਾ ਸੀ, ਵੈਰੀ ਬੋਲਡਲੀ, ਦਵਿੰਦਰ ਸਿੰਘ ਸੰਧੂ ਦਾ ਨਾਮ, ਫਰਮ ਰੈਡਿੰਗ ਇੰਗਲੈਂਡ। ਕਹਿੰਦੇ ਜੀ ਹਿੰਦੁਸਤਾਨ ਦੀ ਕੀ ਹਾਲਤ ਹੋ ਗਈ? ਮੈਂ ਕਿਹਾ ਮੈਨੂੰ ਕਿਉਂ ਪੁੱਛ ਰਿਹਾ? ਜਿਹੜੀਆਂ ਹਵਾਵਾਂ ਤੁਸੀਂ ਹਰਿੰਦਰ ਮਹਿਬੂਬ ਦੇ ਕਹਿਣ ਨੂੰ, ਜਿਹੜੀਆਂ ਹਵਾਵਾਂ ਤੁਸੀਂ ਚਲਾ ਰਹੇ ਹੋ, ਇਹਨਾਂ ਨੂੰ ਪੁੱਛੋ। ਇਹਨਾਂ ਨੂੰ ਪੁੱਛੋ। ਠੀਕ ਹੈ, ਸਹੀ ਹੈ। ਸੋ ਵਾਟ ਅਦਰ ਸਵਾਲ ਉਹ ਦੂਜਾ ਉਹਨੇ ਸੀ ਕਹਿੰਦਾ ਕਿ ਜੀ ਆ ਜਿਹੜੀਆਂ ਹਿਊਮਨ ਰਾਈਟਸ ਦੀਆਂ ਗੱਲਾਂ 2020 ਦੀਆਂ ਤੇ ਇਹ ਉਹ ਹੋ ਰਹੀਆਂ, ਕੀ ਖਾਲਿਸਤਾਨ ਬਣ ਜੂ ਜੀ? ਮੈਂ ਕਿਹਾ ਜੇ ਉਹਦੇ ਪਹਿਲੋਂ ਹੋਰ ਹਿੰਦੂਤਵਾ ਅਲੱਗ ਹਿੰਦੁਸਤਾਨ ਬਣਾਉਣਾ ਚਾਹੁੰਦਾ, ਤਾਮਿਲਨਾਡੂ ਅਲੱਗ ਬਣਾਉਣਾ ਚਾਹੁੰਦਾ, ਉਹ ਪੁਰਲੇ ਪਾਸੇ ਮਿਜ਼ੋਰਾਮ ਤੇ ਉਹ ਜਿਹੜੇ ਲੋਕ ਹੈਗੇ ਆ, ਉਹ ਅਲੱਗ ਹੋਣਾ ਚਾਹੁੰਦੇ, ਉਹ ਅਲੱਗ ਹੋਣਾ ਚਾਹੁੰਦੇ ਆ। ਪਾਕਿਸਤਾਨ ਨਾਲ ਜ਼ਿਆਦਾ ਮੁਸਲਮਾਨ ਸਾਡੇ ਕੋਲ, ਉਹ ਵੀ ਅਲੱਗ ਹੋ ਜਾਣਗੇ ਹੈਦਰਾਬਾਦ ਦੇ। ਜਦੋਂ ਤੁਸੀਂ ਆਪ ਹੀ ਉਹਦੇ ਟੋਟੇ ਕਰੀ ਜਾਂਦੇ ਆ, ਕਸ਼ਮੀਰ ਅਲੱਗ ਹੋਣਾ ਚਾਹੀਦਾ, ਤਾਂ ਖਾਲਿਸਤਾਨ ਵੀ ਬਣ ਸਕੂਗਾ। ਉਹਨੂੰ ਫਿਰ ਕਿੰਨਾ ਕੁ ਜ਼ੋਰ ਲੱਗੂਗਾ? ਉਹਨੂੰ ਕਿੰਨਾ ਕੁ ਜ਼ੋਰ ਲੱਗੂਗਾ? ਫਿਰ ਉਹਨਾਂ ਨੇ ਆਪ ਹੀ ਬਣਾ ਦੇਣਾ। ਮੈਂ ਕਿਹਾ ਕਿਸੇ ਨੂੰ ਬਣਾਉਣ ਦੀ ਲੋੜ ਨਹੀਂ। ਵਾਟ ਆਈ ਐਮ ਸੇਇੰਗ ਇਜ਼ ਕਿ ਜਿਹੜੀ ਹਾਲਾਤ ਅੱਜ ਗੱਲ ਤੋਂ ਪੱਤਰਕਾਰੀ ਹਿਊਮਨ ਰਾਈਟਸ ਦੀ ਹੈ, ਜਿੱਥੇ ਉਹਨਾਂ ਨੂੰ ਵੰਡ ਰਿਹਾ ਜਾਂ ਉਹਨਾਂ ਨੂੰ ਤੋੜ ਰਿਹਾ, ਉਹਨਾਂ ਦੀ ਬਰਬਾਦੀ ਕਰ ਰਹੀ, ਤਾਂ ਰਹਿ ਕੀ ਜਾਣਾ?
ਬਿਲਕੁਲ ਠੀਕ ਹੈ ਨਾ? ਸੋ ਡਾਕਟਰ ਸਾਹਿਬ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ right. ਆਪਾਂ ਬਹੁਤ ਸਾਰੇ ਹੋਰ ਪੁਆਇੰਟਸ ਆ ਉਹਨਾਂ ਬਾਰੇ ਡਿਸਕਸ ਕਰਨਾ ਹੈ ਔਰ ਤੁਹਾਡੇ ਤੋਂ ਤੁਹਾਡੀਆਂ ਜਿਹੜੇ ਤਜਰਬੇ ਆ, ਤੁਹਾਡੀ ਜ਼ਿੰਦਗੀ ਦੇ ਬਹੁਤ ਬਿਹਤਰੀਨ ਤਜਰਬੇ, ਉਹਨਾਂ ਦੇ ਵਿੱਚੋਂ ਆਪਾਂ ਪੱਤਰਕਾਰੀ ਤੇ ਹਿਊਮਨ ਰਾਈਟਸ ਦੇ ਬਾਰੇ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੈ। ਸੋ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਅਗਰ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੋਇਆ ਜਾਂ ਤੁਸੀਂ ਕੋਈ ਇਜ਼ਾਫਾ ਕਰਨਾ ਚਾਹੁੰਦੇ ਆ, ਜਾਣਕਾਰੀ ਦੇਣਾ ਚਾਹੁੰਦੇ ਆ ਡਾਕਟਰ ਨਾਜ਼ ਹੋਰਾਂ ਨੂੰ ਜਾਂ ਇਸ ਟੀਵੀ ਦੇ ਮਾਧਿਅਮ ਦੇ ਜ਼ਰੀਏ, ਤਾਂ 905 790 9099 ਉੱਪਰ ਤੁਸੀਂ ਕਾਲ ਕਰਨੀ ਹੈ। 905 790 9099 ਦੇ ਉੱਪਰ ਕਾਲ ਕਰਿਓ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। ਸੁਖਵੀਰ ਦੇ ਪੈਸਿਆਂ ਵਾਲੇ ਟਰੱਕ ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। इंडियन कजीन ਦਾ ਸਵਾਦ ਹੁਣ ਕੈਨੇਡਾ 'ਚ। ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਔਰ ਜ਼ਰੂਰ ਦੇਖਿਆ ਕਰੋ। ਤੁਹਾਡੀ ਫੀਡਬੈਕ ਦੀ ਵੀ ਸਾਨੂੰ ਜ਼ਰੂਰਤ ਰਹਿੰਦੀ ਹੈ ਔਰ ਤੁਸੀਂ ਫੀਡਬੈਕ ਵੀ ਦਿਆ ਕਰੋ। ਨਾਲ ਦੀ ਨਾਲ ਅਗਰ ਕਿਸੇ ਕਿਸਮ ਦਾ ਸੁਝਾਅ, ਸਵਾਲ ਜਾਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਇਸ ਮਾਧਿਅਮ ਦੇ ਜ਼ਰੀਏ 905 790 9099 ਸਟੂਡੀਓ ਦਾ ਨੰਬਰ ਹੈ। ਔਰ ਅੱਜ ਜੋ ਅਸੀਂ ਵਿਸ਼ਾ ਤੁਹਾਡੇ ਨਜ਼ਰ ਕਰ ਰਹੇ ਹਾਂ ਉਹ ਹੈ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਿਉਂ ਹੋ ਰਿਹਾ ਹੈ ਔਰ ਜਿਹੜੇ ਮੁਲਕ, ਜਿਹੜੇ ਦੇਸ਼ ਮਨੁੱਖੀ ਅਧਿਕਾਰਾਂ ਦਾ ਬੋਲਬਾਲਾ ਜਾਂ ਨਾਅਰੇ ਮਾਰਦੇ ਉੱਚੀ ਉੱਚੀ ਕਿ ਵੀ ਅਸੀਂ ਮਨੁੱਖੀ ਅਧਿਕਾਰ ਜਾਂ ਹਿਊਮਨ ਰਾਈਟਸ ਦੇ ਵਿੱਚ ਸਭ ਤੋਂ ਅੱਗੇ ਹਾਂ,
ਉਹੀ ਉਹਨਾਂ ਦੇਸ਼ਾਂ ਦੇ ਜਿਹੜੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਦੀਆਂ ਜਿਹੜੀਆਂ ਖਬਰਾਂ ਆਏ ਦਿਨ ਛਪਦੀਆਂ, ਔਰ ਪੱਤਰਕਾਰਾਂ ਨੂੰ ਹਮਲੇ ਦੇ ਦੌਰਾਨ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ, ਤੇ ਬੁੱਧੀਜੀਵੀ ਜਿਹੜੇ ਕਿ ਇੰਟੈਲੈਕਚੁਅਲ ਲੋਕ ਹੈ, ਜਿਨ੍ਹਾਂ ਵਿੱਚ ਪ੍ਰੋਫੈਸਰ ਹੋਏ ਜਾਂ ਹੋਰ ਜਿਹੜੇ ਕੁਝ ਚੰਗਾ ਕਰਨ ਦੀ ਠਾਣਦੇ ਆ ਕਿ ਬੀੜਾ ਚੱਕ ਕੇ ਤੁਰਦੇ ਆ, ਮਸ਼ਾਲ ਚੁੱਕ ਕੇ ਤੁਰਦੇ ਆ, ਉਹਨਾਂ ਨੂੰ ਵੀ ਧੱਕੇ ਨਾਲ ਹਿਰਾਸਤ 'ਚ ਲਿਆ ਜਾਂਦਾ, ਜੇਲ੍ਹਾਂ 'ਚ ਸੁੱਟਿਆ ਜਾਂਦਾ। ਅਸਲ ਦੇ ਵਿੱਚ ਇਹ ਕਹਾਣੀ ਕੀ ਆ, ਮਾਜਰਾ ਕੀ ਆ, ਔਰ ਇਹ ਸਾਰੇ ਦੀ ਸਾਰੀ ਇਹ ਖੇਡ ਚੱਲ ਕੀ ਰਹੀ ਆ, ਉਹਦੇ ਬਾਰੇ ਚਰਚਾ ਕਰ ਰਹੇ ਹਾਂ। ਔਰ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਆ ਚਰਚਾ ਕਰਨ ਦੇ ਲਈ ਡਾਕਟਰ ਨਾਜ਼ ਤੋਂ ਆਓ ਫਿਰ ਉਹਨਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਤੁਹਾਡਾ ਸਵਾਗਤ ਜੀ। ਸੋ ਡਾਕਟਰ ਸਾਹਿਬ, ਜੇ ਆਪਾਂ ਗੱਲ ਜਿੱਥੋਂ ਬ੍ਰੇਕ ਤੋਂ ਪਹਿਲਾਂ ਛੱਡੀ ਸੀ ਕਿ ਵੀ ਇਹ ਜਿਹੜਾ ਸਿਲਸਿਲਾ ਜੋ ਖਾਸ ਕਰਕੇ ਕਿਉਂਕਿ ਸਾਡੀ ਜਿਹੜੀ ਜਨਮ ਭੂਮੀ ਹੈ ਕਿ ਉਹਨੂੰ ਅਸੀਂ ਇਸ ਲਈ ਫੋਕਸ 'ਚ ਲੈ ਆਉਣੇ ਆ ਕਿਉਂਕਿ ਸਾਡੀਆਂ ਜੜ੍ਹਾਂ ਹਲੇ ਤੱਕ ਵੀ ਜੁੜੀਆਂ। ਬੇਸ਼ੱਕ ਤੁਹਾਨੂੰ 53 ਸਾਲ ਹੋ ਗਏ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ, ਤਾਂ ਉਹ ਤੁਸੀਂ ਉਹ ਛੱਡ ਨਹੀਂ ਪਾਉਂਦੇ। ਤੁਹਾਡੀ ਕਰਮ ਭੂਮੀ ਇਹ ਹੋ ਸਕਦੀ ਹੈ, ਜਨਮ ਭੂਮੀ ਦੀਆਂ ਜਿਹੜੀਆਂ ਜੜ੍ਹਾਂ ਤੁਹਾਡੀਆਂ ਉੱਥੇ ਜਿਉਂਦੀਆਂ, ਉਹ ਤੁਸੀਂ ਉੱਥੇ ਹੀ ਆਪਣੇ ਆਪ ਨੂੰ ਸਾਹ ਲੈਂਦਾ ਮਹਿਸੂਸ ਕਰਦੇ ਹੋ। ਸੋ ਸਾਨੂੰ ਦੁੱਖ ਵੀ ਹੁੰਦਾ ਔਰ ਚਿੰਤਾ ਵੀ ਹੁੰਦੀ ਹੈ ਔਰ ਚਿੰਤਨ ਵੀ ਕਰਦੇ ਹਾਂ ਅਸੀਂ ਕਿ ਵੀ ਕਿਸ ਤਰੀਕੇ ਦੇ ਨਾਲ ਅਸੀਂ ਇੰਨਾ ਸਾਰੇ ਜਿਹੜੇ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਹਿਊਮਨ ਰਾਈਟਸ ਦਾ ਘਾਣ ਹੋ ਰਿਹਾ, ਫਿਰ ਉਸ ਤੋਂ ਬਾਅਦ ਇੰਟੈਲੈਕਚੁਅਲ ਲੋਕ ਆ ਜਿਹੜੇ ਬੀੜਾ ਚੁੱਕਦੇ ਆ ਕਿ ਕੁਛ ਚੰਗਾ ਕੀਤਾ ਜਾਵੇ ਔਰ ਜਿਹੜੀ ਇਹ ਕੂਟਨੀਤੀ ਹੈ ਇਹਨੂੰ ਕਿਤੇ ਨਾ ਕਿਤੇ ਠੱਲ ਪਾਈ ਜਾਵੇ। ਤਾਂ ਇਹ ਤੁਸੀਂ ਕੀ ਸਮਝਦੇ ਹੋ ਔਰ ਇਹਦਾ ਹੱਲ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਨਜ਼ਰ ਆਉਂਦਾ ਕਿ ਹੋ ਸਕਦਾ? ਜਗਜੀਤ ਹੋਰਾਂ ਨੇ ਇੱਕ ਗਜ਼ਲ ਗਾਈ ਸੀ, ਉਹਦਾ ਮੁਖੜਾ ਮੈਨੂੰ ਯਾਦ ਆ ਜੀ। ਮੇਰਾ ਮੁਨਸਿਫ ਹੀ ਮੇਰਾ ਕਾਤਲ ਹੈ। ਵਾਹ। ਮੇਰਾ ਮੁਨਸਿਫ ਜੀ, जज मेरा मुंसिफ ही मेरा कातिल है, क्या मेरे हक में फैसला देगा? हाँ, वाह वाह। मुंसिफ मतलब जज है। जज मेरा जज ही मेरा कातिल है। ठीक है ना। तो मेरे हक च फैसला की उन्हें देना। हुण जिहड़ी गल ये है कि दुखांत फ्लैजलिंग कंट्रीज जिहड़ियां जे पर चढ़ रही ऊपर जी, उन्हां दा ये है कि टू मी इट लुक्स दैट democracy does not suit a new country क्योंकि उसके राइट्स ज़्यादा जी बिल्कुल ते लोगों को पता नहीं होंगे कि राइट्स से नाल मेरियां अपनी जिम्मेवारियां की है। ठीक है ना। फिर उहदे च आ जांदा बाइंग एंड सैलिंग। तुहाडी तो बड़ी छोटी उम्र आई हैव सीन और गल भी ठीक इवन टुडे जी हिंदुत्व इस गल के उत्ते बीजेपी खड़ी आ एंड दे नो इट कि जो मर्जी रवा पाई जाए गां एक तो उन्होंने देयर इज नो ऑपोजिशन देयर इज नो कांग्रेस इस वास्ता बिल्कुल ठीक है कोई ऑपोजिशन नहीं रही। रह गई गल जिहड़ा रौला पाउंदे आ जी ते गरीब लोग जिहड़े मैक्सिमम उन्हां दे वो बैंक वोट आ वोट बैंक जी जी उधर उन्होंने 2-2000 दे देना उन्होंने कहना मैं वोट नूं चटना मेरा कम से कम 2 हफ्ते दा आया ना 2 हफ्ते ना भी जाने चक्को जिथे मर्जी पा लो। सो दैट इज ए ट्रेजेडी जी। ਹੁਣ ਇਹਦੇ ਵਿੱਚ ਉਹ ਵੀ ਆ ਲੇਅਰ ਆਫਟਰ ਲੇਅਰਸ ਆਫ ਵਾਇਲੇਸ਼ਨ ਜੀ। ਇੱਕ ਤੇ ਕਿ ਅਸੀਂ ਇਹ ਕਹਿੰਦੇ ਕਿ ਆ ਗਵਰਨਮੈਂਟਾਂ ਸਾਡੇ ਲਈ ਆ ਕਰਦੀਆਂ ਗਵਰਨਮੈਂਟਾਂ ਸਾਨੂੰ ਜੀ ਉਹ ਰਾਈਟਸ ਨਹੀਂ ਦਿੰਦੀਆਂ ਗਵਰਨਮੈਂਟਾਂ ਤਸ਼ੱਦਦ ਕਰਦੀਆਂ ਰੋਟੀ ਨਹੀਂ ਦਿੰਦੀਆਂ ਸਾਨੂੰ ਹਿਊਮਨ ਰਾਈਟਸ ਨਹੀਂ ਹੈਗੇ ਸਾਡੇ ਕੋਲ ਬਾਹਰ ਰਹਿਣ ਨੂੰ ਸਾਹ ਲੈਣ ਨੂੰ ਜਗ੍ਹਾ ਨਹੀਂ ਕਿਤੇ ਜੀ। ਪਰ ਉਹਨਾਂ ਦੀ ਮਜਬੂਰੀ ਇਹ ਸੀ ਕਿ ਅਸੀਂ ਉਹਨਾਂ ਨੂੰ ਹੀ ਆਪਣੇ ਮਾਲਕ ਬਣਾਇਆ ਜਿਹੜਾ ਸਾਡਾ ਗਲ ਘੁੱਟਦੇ ਆ। ਇਹੋ ਹੀ ਹੈ ਗੱਲ ਤਾਂ ਮੇਰਾ ਮੁਨਸਿਫ ਹੀ ਕਾਤਿਲ ਮੇਰਾ ਕਾਤਿਲ ਹੈ ਬਿਲਕੁਲ। ਅੱਛਾ ਉਹਦੇ ਚੋਂ ਕੀ ਨਿਕਲਦੇ ਕਿ ਉਹਦੇ ਚ ਲੇਅਰ ਆਫਟਰ ਲੇਅਰ ਜਿਹੜੀ ਆਪਣੇ ਵਰਗੀ ਮਿਡਲ ਕਲਾਸ ਹੈਗੀ ਆ ਜਿਹੜੀ ਪੜ੍ਹੀ ਲਿਖੀ ਸੁਸਾਇਟੀ ਵੀ ਆ ਸਭ ਤੋਂ ਡੇਂਜਰਸ ਵੀ ਉਹੀ ਹੁੰਦੀ ਮੋਸਟ ਡੇਂਜਰਸ। ਜੀ ਬਿਲਕੁਲ ਠੀਕ ਹੈ। ਡੇਂਜਰਸ ਇਹ ਹੈ ਕਿ ਉਹਦੇ ਚ ਅਪੋਰਚੁਨਿਜ਼ਮ ਬਹੁਤ ਹੁੰਦਾ ਮੌਕਾ ਪ੍ਰਸਤੀ ਪਰੀ ਹੁੰਦੀ ਕੁੱਟ ਕੇ ਪਰੀ ਹੁੰਦੀ ਜੀ। उस मौका प्रस्ती च वो कहता कि मैं ना नहीं लेंदा क्योंकि यू मे बी नोइंग एक वाइस चांसलर मेरा दोस्त बन गया इतने फंड रेजिंग लिए आए सी मैं उन्होंने मदद की तो वो मैंने हर साल बुलाते हैं सी लैक्चरस लिए जी ते पटियाला यूनिवर्सिटी की गल ते मैं उन्होंने कहा जो कुछ हो रहा तो नज़र आता कहता आता तुहाडी कोई आवाज़ हैगी ये? अच्छा नहीं हैगी है नहीं कड्डनी नजर ਹੁੰਦਿਆਂ ਅਸੀਂ ਨਹੀਂ ਵੇਖਣਾ ਕੰਨ ਹੁੰਦਿਆਂ ਅਸੀਂ ਨਹੀਂ ਸੁਣਨਾ ਜ਼ੁਬਾਨ ਹੁੰਦਿਆਂ ਅਸੀਂ ਨਹੀਂ ਬੋਲਣਾ ਜੀ। ਕਹਿੰਦਾ ਵਾਲਾ ਇਹ ਆ ਕਿ ਇਸ ਕੁੱਤੀ ਸਮਾਜ ਚ ਆ ਦਫਾ ਸੌਰੀ ਟੂ ਸੇ ਉਹਨੇ ਗਿਆ ਔਰ ਇਸ ਸਿਸਟਮ ਦੇ ਵਿੱਚ
ਮੈਂ ਪਹਿਲਾਂ ਡਿਪਟੀ ਕਮਿਸ਼ਨਰ ਸੀ। ਅੱਛਾ। ਅਕਾਲੀਆਂ ਨਾਲ ਮੇਰੀ ਅੱਛੀ ਸੀ, ਉਹਨਾਂ ਨੇ ਮੈਨੂੰ ਵਾਈਸ ਚਾਂਸਲਰ ਲਾਤਾ। ਮੈਨੂੰ ਹੁਣ ਯਾਦ ਹੈ, ਜੇ ਕੰਮ ਠੀਕ ਠਾਕ ਰਿਹਾ, ਜੇ ਇਹਨਾਂ ਦੀ ਹਕੂਮਤ ਮੁੜ ਕੇ ਫੇਰ ਆ ਗਈ ਤਾਂ ਮੈਂ ਹੁਣ ਰਿਟਾਇਰ ਹੋਇਆ ਬੰਦਾ, ਮੈਨੂੰ ਗਵਰਨਰ ਲਾ ਦੇਣਗੇ ਕਿਸੇ। ਤੇ ਮੈਂ ਜੋ ਕੁਛ ਇਹ ਕਰਦੇ, ਮੈਂ ਕਿਉਂ ਕਹਾਂ ਕਿੰਤੂ ਪਰੰਤੂ ਕਰਾਂ। ਠੀਕ ਹੈ ਨਾ, ਆਪਣਾ ਉੱਲੂ ਸਿੱਧਾ ਰੱਖੋ। ਦੂਸਰਾ ਮੈਂ ਕਿਹਾ ਸੀ ਕਿ ਆਈ ਥਿੰਕ ਯੂ ਮਾਈਟ ਹੈਵ ਹਰਡ ਸਜੇ ਰਚੋ ਖਾਲਸਾ ਕਿਤਾਬ ਕਿਤੇ ਦੇਖੀ ਪੜ੍ਹੀ ਜੀ। ਹਰਿੰਦਰ ਮਹਿਬੂਬ ਜੀ। ਮੈਂ ਸੋਚਦਾ ਕਿ ਜਿਸ ਬੰਦੇ ਨੇ ਕਿ ਸਿੱਖੀਜ਼ਮ ਨੂੰ ਸਮਝਣਾ ਹੋਵੇ ਤਾਂ ਉਹ ਹਰਿੰਦਰ ਮਹਿਬੂਬ ਦਾ ਉਹ ਇੱਕ ਖੁਲਾਸਾ। ਜੀ ਬਿਲਕੁਲ। 8 ਕਿਤਾਬਾਂ ਦਾ ਇੱਕ ਮਜਮੂਆ, ਮੈਂ ਉਹਦਾ ਟ੍ਰਾਂਸਲੇਸ਼ਨ ਕਰਦਾ ਅੰਗਰੇਜ਼ੀ 'ਚ। ਅੱਛਾ। ਤੇ ਮੈਂ ਕਿਹਾ ਕਿ ਜਦੋਂ ਮੈਂ ਪੜ੍ਹਦਾ ਸੀ ਗੁਰੂ ਗ੍ਰੰਥ ਸਾਹਿਬ, ਜਦੋਂ ਮੇਰੀ ਰਿਸਰਚ ਵਰਕ ਸੀ, ਤਾਂ ਮੈਨੂੰ ਇਹੋ ਮੁਸ਼ਕਲ ਪੇਸ਼ ਆਈ ਸੀ ਕਿ ਵੇਅਰ ਇਜ਼ ਇਸ ਥਿਓਲੋਜੀ ਜਿਹੜਾ ਵਰਡ ਸੀ। ਤਾਂ ਮੇਰੇ ਪ੍ਰੋਫੈਸਰ ਜਿਹੜੇ ਸੀ ਡਾਕਟਰ C.H. ਲੋਲਨ, ਜਿਹੜੇ ਇੰਡੀਆ ਦੇ ਵਿੱਚ ਕੰਮ ਕਰਦੇ ਰਹੇ, ਉੱਥੇ ਜੰਮੇ ਪਲੇ ਜੀ ਸਿੱਖ ਰਿਲੀਜਨ ਦੇ, ਡਾਕਟਰ C.H. ਲੋਲਨ ਨੇ ਕੋਈ 150 ਸਾਖੀਆਂ ਗੁਰੂ ਨਾਨਕ ਦੇਵ ਜੀ ਦੀਆਂ ਇਕੱਠੀਆਂ ਕੀਤੀਆਂ। 150 ਸਾਖੀਆਂ। ਵਾਹ। ਔਰ ਮੋਸਟਲੀ ਜਿਹੜੀਆਂ ਅਰਬ ਮੁਲਕਾਂ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਧਰਲੀ ਸਾਈਡ ਵੱਲ ਗਏ, ਤਾਂ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ। ਉਹ ਮੇਰੇ ਮੈਂਟਰ ਵੀ ਰਹੇ ਜੋ ਮੈਂ PhD ਕਰਦਾ ਸੀ। ਅੱਛਾ। ਤੁਸੀਂ ਥਿਓਲੋਜੀ ਇੱਕ ਸ਼ਬਦ ਵਾਰ-ਵਾਰ, ਕਿਉਂਕਿ ਇਹਨੂੰ ਥੋੜਾ ਜਿਹਾ ਡਿਫਾਈਨ ਕਰਨਾ ਜ਼ਰੂਰੀ ਹੈ ਕਿਉਂਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਥਿਓਲੋਜੀ ਨੂੰ ਕਿਉਂ ਅਸੀਂ ਥਿਓਲੋਜੀ ਇੱਕ ਡਾਕਟਰਨਸ ਹੈ, ਇੱਕ ਧਰਮ ਦੇ ਜਿਹੜੇ ਡਾਕਟਰਨਸ ਹੈ ਗੋਡ ਦੀ ਬਾਬਤ। ਅੱਛਾ। ਉਹਦਾ ਅਨੈਲਿਸਿਸ ਹੁੰਦਾ ਜਿਹਨੂੰ ਤੁਸੀਂ ਧਾਰਮਿਕਤਾ ਕਹਿ ਸਕਦੇ, ਸਪਿਰਿਚੁਅਲਿਜ਼ਮ ਮਤਲਬ ਜੇ ਇਹਦਾ ਪੰਜਾਬੀ ਚੋਂ ਲੱਥਾ ਕਰਨਾ ਹੋਵੇ ਆਤਮਿਕਵਾਦ ਕਹਿ ਸਕਦੇ ਹਾਂ, ਅਧਿਆਤਮਕਵਾਦ ਕਹਿ ਸਕਦੇ ਹਾਂ। ਹਾਂਜੀ। ਉਹ ਜਿੰਨਾ ਉਹ ਸਿੱਖ ਧਰਮ ਕੋ ਬਣਿਆ ਨਾ, ਹੁਣ ਮੁਸ਼ਕਿਲ ਤੇ ਇਹੋ ਪੈਦਾ ਆ ਰਹੀ ਹੈ। ਹੁਣ ਹਿਊਮਨ ਰਾਈਟਸ ਜਿਹੜੇ ਆ ਆਪਾਂ ਪਤਾ ਚਲੇ ਜਾਂਦੇ ਆ। ਸੌਰੀ, ਕੋਈ ਗੱਲ ਨਹੀਂ, ਵਿਸ਼ੇ ਤੋਂ ਪਾਸੇ ਉਹੀ ਵਿਅਕਤੀ ਜਾ ਸਕਦਾ ਜਿਹਦੇ ਕੋਲੇ ਵਿਸ਼ਾਲ ਘੇਰਾ ਹੋਵੇ। ਥੈਂਕ ਯੂ। ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਕੋਈ ਗੱਲ ਨਹੀਂ, ਪਰ ਅੱਜ ਥੋੜਾ ਜਿਹਾ ਆਪਾਂ ਮਰਿਆਦਾ ਦੇ ਮੁਤਾਬਕ ਵਿਸ਼ੇ ਨੂੰ ਲੈ ਕੇ ਚੱਲੀਏ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਟੌਪਿਕਸ ਹੈ, ਵਿਸ਼ੇ ਜਿਨ੍ਹਾਂ ਉੱਪਰ ਚਰਚਾ ਕਰਾਂਗੇ। I will come. I love you. ਬਹੁਤ ਸ਼ੁਕਰੀਆ। ਹੁਣ ਹਿਊਮਨ ਰਾਈਟਸ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹਨੂੰ ਮੈਂ ਕਹੂੰਗਾ ਇਟਸ ਐਨ ਐਨਸਾਈਕਲੋਪੀਡੀਆ ਆਫ ਹਿਊਮਨ ਰਾਈਟਸ। ਹਾਂ, ਐਨਸਾਈਕਲੋਪੀਡੀਆ। ਠੀਕ ਹੈ ਜੀ। ਜਿੱਥੇ ਇਹ ਕਿਸੇ ਧਰਮ 'ਚ ਨਾ ਇਸਲਾਮ 'ਚ, ਨਾ ਕ੍ਰਿਸਚੈਨਿਟੀ 'ਚ, ਹੋਰ ਕਿਤੇ ਨਹੀਂ ਹੈਗਾ। ਵੇਅਰ ਆਲ ਪੀਪਲ ਹੂ ਆਰ ਸਿੱਖਸ ਦੇ ਆਰ ਵਨ। ਬੇਸ਼ੱਕ ਉਹ ਆਧਰਮੀ ਹੋਣ, ਉਹ ਆਦੀਵਾਸੀ ਹੋਣ, ਉਹ ਬਾਲਮੀਕ ਹੋਣ, ਉਹ ਇੱਕ ਆ। ਪਰ ਉਹ ਗੱਲ ਹੋਈ ਨਹੀਂ, ਨਜ਼ਰ ਨਹੀਂ ਆਉਂਦੀ ਸਨ। ਹਿਊਮਨ ਰਾਈਟਸ ਜਿਹੜੇ ਆ ਉਹਨਾਂ ਨੂੰ ਪ੍ਰੋਪੇਗੇਟ ਕਰਨ ਵਾਲੀ ਤਾਂ ਸਪਿਰਿਚੁਅਲਿਟੀ ਹੈ ਨਾ। ਹਾਂ, ਬਿਲਕੁਲ ਸਹੀ ਹੈ, ਬਿਲਕੁਲ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਨ੍ਹਾਂ ਨੇ ਉਹਦੀ ਇੰਟਰਪ੍ਰੀਟੇਸ਼ਨ ਕੀਤੀ ਹੈ, ਜੀ, all religion is for what? There are some phrases. It is for understanding, ਜੀ, it's for instruction, and it's for teaching. ਇਹਨਾਂ ਨੇ ਉਹਨੂੰ ਅਪਲਾਈ ਕਰ ਲਿਆ, ਇਹ ਅਮੀਰ ਹੋ ਗਏ ਜੀ, ਮੁਲਕਾਂ ਤੇ ਵੀ ਕਬਜ਼ੇ ਹੋ ਗਏ, ਸਾਰਾ ਕੁਝ। ਅਸੀਂ ਅਪਲਾਈ ਨਹੀਂ ਕੀਤਾ। ਡਾਕਟਰ ਸਾਹਿਬ, ਇੱਕ ਹੋਰ ਮੈਂ ਤੁਹਾਡੀ ਗੱਲ ਦੇ ਵਿੱਚ ਇਜ਼ਾਫਾ ਕਰਨਾ ਚਾਹੁੰਦਾ। ਮਿਸਾਲ ਵਜੋਂ ਪਿਛਲੇ ਦਿਨੀ ਨਾ ਮੁਕਤਸਰ ਦੇ ਵਿੱਚ, ਪੰਜਾਬ ਦੇ ਵਿੱਚ ਮੁਕਤਸਰ ਦੇ ਵਿੱਚ ਇੱਕ ਪਰਿਵਾਰ ਨੇ, ਔਰ ਪਰਿਵਾਰ ਦੇ ਚੰਗੇ ਐਜੂਕੇਟਡ ਲੋਕ ਆ, ਕੋਈ IPS ਆ, ਕੋਈ PCS ਹੈ, ਤਾਂ ਉਹਨਾਂ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢਤਾ। ਔਰ ਘਰੋਂ ਬਾਹਰ ਕੱਢਤਾ ਤੇ ਉਹ ਇੱਕ ਛੋਟੇ ਜਿਹੇ ਘੋਰਨੇ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਦੀ ਰਹੀ। ਔਰ ਕੱਲ ਪਰਸੋਂ ਦੀ ਜਿਹੜੀ ਨਿਊਜ਼ ਇਹ ਵੀ ਆਈ ਆ ਕਿ ਉਸ ਔਰਤ ਦੇ ਮਾਂ ਨੇ, ਜਿਹਨੇ IAS PCS ਜਿਹੜੇ ਬੰਦੇ ਪੈਦਾ ਕੀਤੇ, ਜਿਨ੍ਹਾਂ ਨੂੰ ਅਹੁਦਿਆਂ ਤੇ ਲਾਇਆ, ਉਸ ਮਾਂ ਦੇ ਘੋਰਨੇ ਦੇ ਵਿੱਚ ਪਈ ਦੇ ਕੀੜੇ ਪੈ ਗਏ ਤੇ ਕੀੜੇ ਪੈ ਕੇ ਉਹਦੀ ਮੌਤ ਹੋਈ, ਡੈਥ ਹੋਈ ਹੈ। ਔਰ ਬਹੁਤ ਥੂ ਔਰ ਲਾਹਨਤਾਂ ਮਿਲ ਰਹੀਆਂ ਇਹਦੇ ਵਿੱਚ। ਹੁਣ ਜਿਨ੍ਹਾਂ ਨੇ ਜਿਹੜੇ ਹਿਊਮਨ ਰਾਈਟਸ ਜਾਂ ਮਨੁੱਖੀ ਅਧਿਕਾਰ ਨੂੰ ਘਾੜਤ ਕਰਨ ਵਾਲੇ, ਜਿਹੜੇ ਘਾੜਤ ਕਰਦੇ ਆ ਇਹਨਾਂ ਦੀ, ਜਿਵੇਂ ਆਪਾਂ SDM ਦੀ ਗੱਲ ਕਰੀਏ, DC ਦੀ ਗੱਲ ਕਰੀਏ, IAS PCS, ਕਿੰਨੇ ਵੱਡੇ ਅਹੁਦੇ ਆ, ਤਾਂ ਉਹ ਅਗਰ ਆਪਣੇ ਹੀ ਪਰਿਵਾਰ ਦੇ ਇੱਕ ਉਸ ਧੁਰੇ ਮਾਂ ਨੂੰ, ਮੈਂ ਧੁਰਾ ਕਹਿਣਾ, ਮਾਂ ਨਾਲ ਇਸ ਤਰ੍ਹਾਂ ਦੀਆਂ ਜੇ ਜ਼ਿਆਦਤੀਆਂ ਹੋਣਗੀਆਂ ਤਾਂ ਤੁਸੀਂ ਆਪੇ ਹੀ ਅੰਦਾਜ਼ਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੈਗੇ ਆ ਜੀ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਕਿ ਜਿੱਥੇ ਹਿਊਮਨ ਰਾਈਟਸ ਦੀਆਂ ਜਿਹੜੀਆਂ ਵਰਲਡ ਲੈਵਲ ਤੇ ਆਰਗੇਨਾਈਜੇਸ਼ਨ ਹੈ, ਜਦੋਂ ਹਿੰਦੁਸਤਾਨ 'ਚ ਕੰਮ ਕਰਦੀਆਂ,
ਉਹਨਾਂ ਨੂੰ ਇਸ ਤਰ੍ਹਾਂ ਰੱਖਿਆ ਜਾਂਦਾ ਕਿ ਉਹਨਾਂ 'ਚ ਰਿਵੋਲਟ ਕਰਨ ਵਾਲੇ ਵੀ ਜਿਹੜੇ ਉਹਨਾਂ ਤੋਂ ਥੋੜਾ ਡਰਦੇ ਵੀ ਆ, ਜਿਹੜੇ ਬਾਹਰ ਦੇ ਆ ਜੀ, ਆਪਣੇ ਜੇ ਉਹਨਾਂ ਨੂੰ ਕਹਿੰਦੇ ਕਿ ਆਹ ਤੁਸੀਂ ਕੀ ਕਰਨ ਡਏ ਹੋਏ। ਹੁਣ ਮਿਸਾਲ ਦੇ ਤੌਰ ਤੇ ਸਭ ਤੋਂ ਵੱਡਾ ਕੇਸ ਪਿਛਲੇ ਸਾਲ 'ਚ ਇਹ ਹੋਇਆ ਸੀ, ਜਿਹੜਾ ਸਾਊਥ 'ਚ ਮੰਦਿਰ ਬਣਾਇਆ ਸੀ ਇਹਨਾਂ ਨੇ ਕਿ ਉੱਥੇ ਔਰਤਾਂ ਵੜ ਨਹੀਂ ਸਕਦੀਆਂ। ਬਿਲਕੁਲ ਠੀਕ ਹੈ ਨਾ। ਉੱਥੇ ਇੱਕ ਪੱਤਰਕਾਰ, ਜਿਹੜੀ ਮੈਂ ਅੱਗੇ ਗੱਲ ਕੀਤੀ ਸੀ, ਉਹਨੂੰ ਕੁੱਟ ਕੇ ਥੱਪੜ ਮਾਰੇ, ਔਰ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕੀ ਕੀਤਾ ਜੀ। ਔਰ ਕਈਆਂ ਨੂੰ ਉਹਨਾਂ ਨੇ ਫੜ ਕੇ ਅੰਦਰ ਦੇ ਦਿੱਤਾ। ਵੇਅਰ ਆਰ ਦਾ ਹਿਊਮਨ ਰਾਈਟਸ ਦੇ? ਬਿਲਕੁਲ ਹਿਊਮਨ ਰਾਈਟਸ ਜਿਹੜੇ ਆ ਡੈਮੋਕ੍ਰੈਟਿਕ ਦੇ ਜਿਹੜੇ ਪਿਲਰ ਹੈ ਡੈਮੋਕ੍ਰੈਟਿਕ ਸੋਸਾਇਟੀ ਦੇ, that a country a human rights, a country which is democratic country, first thing it must provide provisions and food to the people. ਹਾਂ, ਜਿਹੜੀਆਂ ਕਿ ਬੇਸਿਕ ਨੀਡਸ। Second, it must guard him from the foreign invasions. ਠੀਕ ਹੈ, ਠੀਕ ਹੈ ਨਾ, ਉਹ ਵੀ ਨਹੀਂ ਹੋਇਆ। It must provide them freedom of speech and freedom of religion. ਹਾਂ ਬਿਲਕੁਲ, ਜਿਹੜੀ ਕਿ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਔਰ ਇੱਕ ਗੱਲ ਹੋਰ ਹੈ ਡਾਕਟਰ ਸਾਹਿਬ, ਜਦੋਂ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਆਪਾਂ ਕਹਿੰਦੇ ਹਾਂ ਵੀ ਭਾਰਤ ਨੂੰ ਮੰਨਿਆ ਜਾਂਦਾ ਹੈ, ਤਾਂ ਉਹ ਲੋਕਤੰਤਰ ਦਾ ਮਤਲਬ ਹੁੰਦਾ ਲੋਕਾਂ ਦੁਆਰਾ ਲੋਕਾਂ ਲਈ ਬਣਾਇਆ ਗਿਆ ਤੰਤਰ। ਪਰ ਇੱਥੇ ਜਿਹੜਾ ਲੋਕਾਂ ਲਈ ਬਣਾਇਆ ਗਿਆ ਤੰਤਰ ਹੈ ਉਹ ਸਿਰਫ ਮੰਤਰ ਤੰਤਰ ਹੀ ਨਜ਼ਰ ਆਉਣ ਲੱਗ ਗਿਆ। ਅਸਲ ਦੇ ਵਿੱਚ ਲੋਕਤੰਤਰ ਕਿਤੇ ਨਜ਼ਰ ਨਹੀਂ ਆ ਰਿਹਾ। ਸੋ ਉਹ ਇਹ ਚੀਜ਼ ਜਿਹੜੀ ਹੈ ਨਾ, ਇਹ ਮੰਤਰ ਤੰਤਰ ਦੀ ਜਿਹੜੀ ਰਾਜਨੀਤੀ ਰਹਿ ਗਈ ਹੈ। ਹੁਣ ਮਿੰਟ ਆਪਣੇ ਕੋਲੇ 10 ਬਚੇ ਆ, ਮੈਂ ਸਿਰਫ ਇਹ ਜਾਣਨਾ ਚਾਹਣਾ, ਅਗਰ ਸਾਡੇ ਲੋਕਾਂ ਨੂੰ ਕੋਈ ਸੇਧ ਵਾਲੀ ਅਵੇਅਰਨੈਸ ਵਾਲੀ ਗੱਲ ਜੇ ਦੱਸਣੀ ਹੋਵੇ ਤਾਂ ਕਿ ਤੁਹਾਡਾ ਕਿਸ ਤਰੀਕੇ ਨਾਲ ਛੁਟਕਾਰਾ ਹੋ ਸਕਦਾ, ਕਿਸ ਤਰੀਕੇ ਨਾਲ ਤੁਸੀਂ ਆਪਣੇ ਇੱਕ ਰਾਸਤੇ ਆਪਣੇ ਆਪ ਅਖਤਿਆਰ ਕਰ ਸਕਦੇ ਆ, ਕੋਈ ਨਾ ਕੋਈ ਇਸ ਤਰ੍ਹਾਂ ਦੇ ਨੁਕਤੇ, ਪਹਿਲੂ ਔਰ ਦਿਸਹੱਦੇ ਸਾਡੇ ਦਰਸ਼ਕਾਂ ਨੂੰ ਦੱਸੋ। ਪਹਿਲੀ ਚੀਜ਼ ਤਾਂ ਮੇਰੇ ਦਿਲ 'ਚ ਇਹ ਆਉਂਦੀ, ਪ੍ਰੋਫੈਸਰ ਮੋਹਨ ਸਿੰਘ ਹੋਰੀ ਇੱਕ ਵਾਰੀ ਲਿਖਦੇ, ਕਹਿੰਦੇ ਉਦਮ ਨੂੰ ਜੋ ਗੜਬੜ ਜਾਣੇ ਉਸ ਦੁਨੀਆ ਦਾ ਕੌਣ ਕਰੇ ਛੁਟਕਾਰਾ। ਦੁਬਾਰਾ ਫੇਰ ਹੁਣ ਕੀ ਕਹਿ ਰਹੇ? ਉਦਮ ਨੂੰ ਜੋ ਗੜਬੜ ਜਾਣੇ ਉਸ ਦੁਨੀਆ ਦਾ ਕੌਣ ਕਰੇ ਛੁਟਕਾਰਾ। ਹੁਣ ਗੱਲ ਇਹ ਆ ਕਿ ਡਾਕਟਰ ਸਾਹਿਬ ਮਾਫ ਕਰਨਾ, ਤੁਹਾਡੀ ਗੱਲ ਕੱਟ ਰਹੇ, ਕਾਲ ਆ ਰਹੀ ਹੈ ਔਰ ਪਹਿਲਾਂ ਵੀ ਮਿਸ ਕਾਲ ਰਹਿ ਗਈ ਸੀ ਉਹਨਾਂ ਦੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀ ਜੀ, ਸ਼ੁਕਰੀਆ। ਮੈਂ ਤਾਂ ਸਿਰਫ ਇੱਕ ਚੀਜ਼ ਐਡ ਕਰਨੀ ਆ, ਥੋੜੀ ਫਨੀ ਵੀ ਲੱਗੂਗੀ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਇੰਡੀਆ ਬਹੁਤ ਵੱਡਾ ਲੋਕਤੰਤਰ ਆ, ਐਰ ਉਹ ਜੀ, ਪਰ ਮੈਨੂੰ ਲੱਗਦਾ ਵੀ ਆਪਾਂ ਜਦੋਂ ਉਹ ਸੀ ਗੁਲਾਮ ਜਬ ਉਦੋਂ ਹੀ ਲੱਗੇ ਸੀ, ਕਿਉਂਕਿ ਉਹ ਡੰਡੇ ਦੇ ਪੀਸ ਸੀ। ਹਾਂ, ਤੇ ਉਹੀ ਲੋਕ ਜੇ ਆਪਾਂ ਇੱਥੇ ਕੈਨੇਡਾ, ਅਮਰੀਕਾ, ਦੂਸਰੇ ਕੰਟਰੀ ਵਿੱਚ ਆ ਜਾਂਦੇ ਆ, ਸੇਮ ਲੋਕ ਹੁੰਦੇ ਆ ਤੇ ਡਰਦੇ ਕਿਉਂ? ਕਿਉਂਕਿ ਇਹਦੇ ਡੰਡਾ ਚੱਲਦਾ ਸਿਸਟਮ ਆ। ਬਿਲਕੁਲ ਠੀਕ ਹੈ, ਜੇ ਡੰਡਾ ਚੱਲਦਾ ਰਹੇ ਤਾਂ ਇੰਡੀਆ ਵੀ ਠੀਕ ਹੋ ਜਾਊਗਾ, ਪਰ ਉੱਥੇ ਡੰਡਾ ਹੈ ਨਹੀਂ। ਸੋ ਇਸ ਲਈ ਇੱਥੇ ਡੰਡਾ ਹੈਗਾ ਤਾਂ ਇੱਥੇ ਸੇਮ ਲੋਕ ਉਹੀ ਰੂਲਸ ਨੂੰ ਫਾਲੋ ਕਰਦੇ ਆ। ਜੀ, ਬਹੁਤ ਸ਼ੁਕਰੀਆ ਤੁਹਾਡਾ ਇਜ਼ਾਫਾ ਕਰਨ ਦੇ ਲਈ, ਬੜਾ ਅੱਛਾ ਤੁਹਾਡਾ ਵੈਲਿਡ ਪੁਆਇੰਟ ਹੈ। ਲੇਕਿਨ ਮੈਂ ਇਹਨਾਂ ਦੀ ਗੱਲ ਦੇ ਵਿੱਚ ਇੱਕ ਹੋਰ ਜਿਹੜੀ ਐਡ ਕਰਨੀ ਚਾਹੁੰਦਾ, ਡੰਡਾ ਤਾਂ ਹੈ ਪਰ ਉਹ ਲੋਕਾਂ ਲਈ ਹੈ, ਲੋਕਾਂ ਨੂੰ ਕੁੱਟਣ ਲਈ ਡੰਡਾ ਬਣਿਆ ਹੋਇਆ। ਅਦਰਵਾਈਜ਼ ਜਿਹੜੇ ਲਾਜ਼ ਹੈ ਜਾਂ ਆਰਡਰਸ ਹੈ ਉਹਨਾਂ ਨੂੰ ਫੋਲੋ ਕਰਨ ਦੇ ਕਰਵਾਉਂਦੇ। ਅਸਲ 'ਚ ਗੋਇੰਗ ਬੈਕ ਟੂ ਹਿਸਟਰੀ, ਉਹ ਇਹ ਆ ਕਿ ਜਿਹੜਾ ਡੰਡਾ ਨਾ ਜਿਹੜਾ ਚੱਲਿਆ ਕਿ ਡੰਡੇ ਨਾਲ ਪੋਜੀਸ਼ਨ ਇਹ ਆ ਕਿ ਯਹੂਦੀ ਕਲਚਰ ਦੇ ਵਿੱਚ ਜਿਹੜੇ 10 ਕਮਾਂਡਮੈਂਟਸ ਸੀ ਨਾ, ਉਹ ਮੋਜ਼ਸ ਦੇ ਹੱਥ 'ਚ ਇੱਕ ਖੁੰਡਾ ਹੁੰਦਾ ਸੀ। ਅੱਛਾ, ਉਹਦੇ ਉੱਤੇ ਉਹ ਕਾਨੂੰਨ ਘਾਰਾ ਸੀ। ਮੈਂ ਕਹੂੰਗਾ ਖੁੰਡੇ ਦਾ ਮਤਲਬ ਕਾਨੂੰਨ ਦੀ ਇੱਜ਼ਤ ਜਾਂ ਉਹਦੀ ਕਰਨੀ, ਉਹਦੀ ਐਪਲੀਕੇਸ਼ਨ। ਪਰ ਡੰਡੇ ਦਾ ਜਾਂ ਖੁੰਡੇ ਦਾ ਮਤਲਬ ਲੋਕਾਂ ਦੇ ਹੱਡ ਤੋੜਨ ਦਾ ਨਹੀਂ ਹੈ। ਮੇਰੇ ਛੋਟੇ ਭਰਾ ਦੀ, ਬਿਕਾਜ਼ ਹੀ ਵਾਸ ਇਨ ਨਕਸਲਾਈਟ ਮੂਵਮੈਂਟ ਦੀ, ਉਹਦੀ ਮੌਤ ਹੋਣ ਦਾ ਇੱਕੋ ਵੱਡਾ ਸਬਬ ਸੀ ਕਿ ਉਹਨੂੰ ਇਸ ਤਰ੍ਹਾਂ ਮਾਰਿਆ ਗਿਆ ਕਿ ਉਹਦੀਆਂ ਪਸਲੀਆਂ ਟੁੱਟ ਗਈਆਂ। ਅੱਛਾ, ਫਿਰ ਉਹ ਜੀਂਦੇ ਰਹੇ, ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਮਰ ਗਏ, 2-3 ਸਾਲ ਦੇ ਬਾਅਦ। ਪਰ ਕਾਜ਼ ਤਾਂ ਉਹ ਹੀ ਸੀ ਨਾ ਕਿ ਜੇ ਕੋਈ ਬੰਦਾ ਕਹਿੰਦਾ ਕਿ ਆਈ ਡੋਂਟ ਐਗਰੀ ਵਿਦ ਯੂ, ਤਾਂ that doesn't mean ਕਿ he is enemy of India। ਫਿਰ ਡੰਡਾ ਜਿਹੜਾ ਪੀਰ ਹੈ ਆਹੋ ਉਹਦੇ ਤੇ ਚੱਲਦਾ। ਹੁਣ ਪੁਲਿਸ ਨੂੰ ਅਸੀਂ ਇਹ ਕਹਿੰਦੇ ਕਿ ਇੱਥੇ ਦੇਖੋ ਨਾ, ਇੱਥੇ ਤੁਹਾਡੇ ਸਾਹਮਣੇ ਗੱਲਾਂ ਹੋਈਆਂ, ਨਿੱਕੀ ਜਿਹੀ ਗੱਲ ਤੇ ਮਾੜੀ ਜਿਹੀ ਗਲਤੀ ਪੁਲਿਸ ਦੀ ਹੋਈ ਨਹੀਂ, ਖਿੱਚ ਕੇ ਰੱਖਦੇ ਕਿੱਡੇ ਕਿੱਡੇ ਮਜ਼ਾਰੇ ਹੋਏ। ਜੀ ਬਿਲਕੁਲ। ਹਿੰਦੁਸਤਾਨ ਦੇ ਵਿੱਚ ਤੁਹਾਡੇ ਰਾਈਟਸ ਕੋਈ ਨਹੀਂ ਹੈਗੇ, ਆਰਡਰ ਐਂਡ ਆਰਡਰ ਆ, ਆਰਡਰ ਐਂਡ ਰਾਈਟ ਹੁੰਦਾ ਨਾ ਲਫ਼ਜ਼।
ਤਾਂ ਆਰਡਰ ਹੀ ਐਨ ਆਰਡਰ ਆ, ਰਾਈਟਸ ਤੁਹਾਡੇ ਕੋਈ ਨਹੀਂ ਹੈਗੇ। ਰਾਈਟਸ ਰੂਟਸ ਨਾ ਹੀ ਪੁੱਛੋ ਤੁਸੀਂ ਸਾਨੂੰ, ਠੀਕ ਹੈ ਨਾ। ਸੋ ਦੈਟ ਇਜ਼ ਅ ਬੈਡ ਥਿੰਗ। ਭੈਣ ਨੇ ਬੜਾ ਸੋਹਣਾ ਗੱਲਬਾਤ ਕੀਤੀ, ਪਰ ਮੈਂ ਇਹ ਮਹਿਸੂਸ ਕਰਦਾ ਕਿ ਜ਼ਰੂਰਤ ਇਹ ਆ, ਤੁਹਾਡਾ ਜਿਹੜਾ ਸਵਾਲ ਸੀ ਜੀ, ਕਿ ਅਸੀਂ ਕੀ ਕਰ ਸਕਦੇ ਹਾਂ। ਮਤਲਬ ਮੈਂ ਇਹ ਕਹਿ ਰਿਹਾ ਕਿ ਜਿਹੜੇ ਸਾਡੇ ਭੈਣ ਭਰਾ ਉੱਥੇ ਬੈਠੇ ਆ, ਕਿਉਂਕਿ ਸਾਨੂੰ ਸਭ ਨੂੰ ਦਰਦ ਹੈ, ਸਾਨੂੰ ਸਭ ਨੂੰ ਚਿੰਤਾ ਹੈ। ਪਿਛਲੇ ਦਿਨੀ ਜਿਹੜੀ ਆਮ ਆਦਮੀ ਪਾਰਟੀ ਜਦੋਂ ਬਣੀ ਹੈ ਤਾਂ ਸਾਡੇ ਸਾਰੇ NRI ਭਰਾ, ਜ਼ਰੂਰੀ ਨਹੀਂ ਕੈਨੇਡਾ ਅਮਰੀਕਾ, ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਬੈਠਾ ਸੀ ਤਾਂ ਉਹਨਾਂ ਨੇ ਇਹ ਫਿਕਰ ਜਤਾਇਆ ਕਿ ਨਵੀਂ ਪਾਰਟੀ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ ਹੈ ਤੇ ਸਾਰੇ ਰਲ ਕੇ ਆਪਾਂ ਹੰਭਲਾ ਮਾਰੀਏ ਔਰ ਜਿਹੜਾ ਪਹਿਲਾਂ ਵਾਲਾ ਇਹ ਜਿਹੜਾ ਫੈਲਿਆ ਹੋਇਆ, ਇਹ ਬਦਫੈਲੀਆਂ ਹੋਈਆਂ, ਸ਼ਾਇਦ ਇਹ ਠੀਕ ਕਰ ਉਹਨਾਂ ਨੂੰ ਬਾਹਰ ਕੱਢੀਏ। ਪਰ ਮਾਫ ਕਰਨਾ, ਜਦੋਂ ਕਹਿੰਦੇ ਆ ਵੀ ਕਹਿੰਦੇ ਕੁੱਤੀ ਚੋਰਾਂ ਨਾਲ ਰਲੀ ਹੋਵੇ ਤਾਂ ਫਿਰ ਉਹ ਕੀ ਕਰ ਦੋ, ਜਿਹਨੇ ਲਾਈ ਲੋਈ ਉਹਦਾ ਕੀ ਕਰੂ। ਵੈਸੇ ਜਦੋਂ ਬਣੇ ਹੀ ਆ ਤਾਂ ਹਰਜੀਤ ਹੋਰਾਂ ਨੇ ਮੇਰਾ ਇੱਕ ਇੰਟਰਵਿਊ ਲਿਆ ਸੀ ਇਹਦੇ ਤੇ, ਹਰਜੀਤ ਗਿੱਲ ਹੋਰਾਂ ਨੇ, ਤੇ ਮੈਂ ਉਦੋਂ ਕਿਹਾ ਸੀ, ਮੈਂ ਕਿਹਾ ਦੇਖ ਵੀ ਮੇਰੇ ਛੋਟੇ ਵੀਰ ਇੱਕ ਗੱਲ ਦੱਸ, ਮੈਂ 100% ਠੀਕ ਕਹਿੰਦਾ, ਉਹਦੀ ਪੋਲਿਟਿਕਸ ਐਵਰੀਥਿੰਗ ਇਜ਼ ਫਾਈਨ, ਔਰ ਸਾਰੀ ਦੁਨੀਆ ਉਹਦੇ ਪਿੱਛੇ ਵੀ ਸ਼ਾਇਦ ਇਹ ਇੱਕ ਬਦਲ ਆ ਗਿਆ, ਕੁਛ ਨਾ ਕੁਛ ਚੰਗਾ ਹੋ ਗਿਆ। ਪਰ ਮੈਂ ਕਿਹਾ ਮੇਰਾ ਸਵਾਲ ਇਹ ਆ ਕਿ ਕੱਲ ਜਦੋਂ ਨੇ ਇਹਦੀ ਐਪਲੀਕੇਸ਼ਨ ਕੀਤੀ ਤਾਂ ਜਿਹੜਾ ਪੈਰਾਫਰਨੀਲੀਆ ਉਹਦੇ ਕੋਲ ਪਏ ਹਥਿਆਰ, ਉਹ ਤਾਂ ਉਹੀ ਹੈ ਨਾ, ਉਹਨਾਂ ਨੇ ਉਹ ਪਾਰਟੀ ਆਪ ਹੀ ਢਾ ਦੇਣੀ, ਉਹੀ ਗੱਲ ਹੋਈ, ਬਣੀ ਉਹੀ ਗੱਲ ਬਣ ਗਈ। ਠੀਕ ਹੈ ਨਾ। ਤੇ ਸੋ ਹੁਣ ਸਵਾਲ ਉਹੀ ਮੈਂ ਦੁਬਾਰਾ ਪੁੱਛ ਰਿਹਾ ਕਿ ਤੁਹਾਡਾ ਤਜਰਬਾ, ਤੁਹਾਡੀ ਦੂਰ ਦ੍ਰਿਸ਼ਟੀ ਕੀ ਕਹਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਇੰਨਾ ਚੁੰਗਲ ਦੇ ਵਿੱਚੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ? ਵੈਰੀ ਟਿਪੀਕਲ ਔਰ ਡਿਫਿਕਲਟ ਕੁਐਸਚਨ। ਮੈਂ ਮਹਿਸੂਸ ਕਰਦਾ ਕਿ ਛੁਟਕਾਰਾ ਤੋਂ ਅਲਟੀਮੇਟਲੀ ਜਿੰਨਾ ਵੀ, ਦੇਖੋ ਇੱਕ ਸਾਇੰਸ ਦਾ ਸਵਾਲ ਹੈ, ਸਾਇੰਸ ਦਾ ਇੱਕ ਕੀ ਕਹਿਣਾ ਚਾਹੀਦਾ, ਇੱਕ ਡਾਕਟਰਿਨ, ਉਹਨੂੰ ਕਹਿੰਦੇ ਕੇਓਸ ਥਿਊਰੀ। ਜੀ, ਕੇਓਸ ਦਾ ਮਤਲਬ ਗੜਬੜਾ, ਜਿਹੜੀ ਬਦਕਾਰੀ ਇਤਿਆਦ ਜੋ ਕੁਝ ਹੋ ਰਿਹਾ, ਕੇਓਸ ਥਿਊਰੀ, ਕੇਓਸ ਤੋਂ। ਜੀ, ਕੇਓਸ ਤੋਂ ਦੁਨੀਆ ਦਾ ਫਿਜ਼ਿਕਸ ਇਸ ਚੀਜ਼ ਦੀ ਗਵਾਹੀ ਦਿੰਦੀ ਹੈ ਕਿ ਕੇਓਸ ਦੇ ਵਿੱਚੋਂ ਦੁਨੀਆ ਬੈਟਰ ਤੋਂ ਬੈਟਰ ਹੋ ਕੇ ਹੀ ਨਿਕਲੀ ਹੈ। ਇਹ ਨਹੀਂ ਕਿ ਉਹ ਡਿਸਟਰੋਏ ਹੋ ਗਈ, ਹਾਂ, ਉਹ ਬੈਟਰ ਹੋ ਕੇ ਨਿਕਲੀ। ਕੁਦਰਤ ਆਪ ਵੀ ਨਿਯਮ ਬੱਧ ਹੈ ਕਿ ਜਿੰਨਾ ਅਸੀਂ ਪ੍ਰਦੂਸ਼ਣ ਪੈਦਾ ਕਰ ਰਹੇ ਹਾਂ ਉਹਦਾ ਕੋਈ ਨਾ ਕੋਈ ਹੱਲ ਕੁਦਰਤ ਆਪ ਵੀ ਕਰੀ ਜਾ ਰਹੀ। ਉਹਦਾ ਮਿਸਾਲ ਜਿਹੜੀ ਕਰੋਨਾ ਵੀ ਹੋ ਸਕਦੀ ਹੈ, ਕਰੋਨਾ ਵੀ ਹੋ ਸਕਦੀ ਹੈ, ਔਰ ਉਹਦੇ ਵਿੱਚੋਂ ਵੀ ਇੱਕ ਅੱਛੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ। ਇੱਕ ਤਾਂ ਇਹ ਕਹਿ ਲਓ ਕਿ ਉਹ ਫਿਰ ਆਪਾਂ ਬਾਅਦ ਚਲੇ ਜਾਵਾਂਗੇ। ਇੱਕ ਤਾਂ ਇਹ ਕਿ ਅਸੀਂ ਇੱਕ ਗੱਲ ਹੈ ਕਿ ਅਸੀਂ ਇਹ ਜਿਹੜੀ ਸੀ ਨਾ ਇੰਟਰਡਿਪੈਂਡੈਂਸ ਦੀ ਥਿਊਰੀ, ਜੀ, ਬਹੁਤ ਹੱਦ ਤੱਕ ਠੀਕ ਹੈ, ਮੈਂ ਐਗਰੀ ਕਰਦਾ, ਪਰ ਅਸੀਂ ਇਹ ਵੀ ਕਰੀਏ ਕਿ ਸਾਨੂੰ ਇੰਡੀਵਿਜੂਅਲ ਤੌਰ ਤੇ, ਨੇਸ਼ਨ ਦੇ ਤੌਰ ਤੇ ਆਪਣੇ ਪੈਰਾਂ ਤੇ ਵੀ ਖੜੇ ਹੋਣਾ ਸਿੱਖਣਾ ਚਾਹੀਦਾ, ਦੂਜੇ ਤੇ ਡਿਪੈਂਡ ਨਾ ਕਰੀਏ। ਬਹੁਤ ਸਾਰੀਆਂ ਚੀਜ਼ਾਂ ਤੇ ਮੈਂ ਤੁਹਾਨੂੰ ਫਿਰ ਕਿਸੇ ਵਕਤ ਪ੍ਰੋਗਰਾਮ ਕਰੂੰਗਾ, ਪਰ ਮੈਂ ਇਹ ਮਹਿਸੂਸ ਕਰਦਾ ਕਿ ਇਹਦੇ ਵਿੱਚੋਂ ਆਫਟਰ ਨਈ ਔਰ ਖੂਬਸੂਰਤ ਜ਼ਮੀਰ ਵਾਲੇ ਲੋਕ ਵੀ ਤਾਂ ਜੀਂਦੇ ਹਨ। ਬਿਲਕੁਲ, ਦੁਨੀਆ ਮੌਬ ਨੇ ਕਦੀ ਨਹੀਂ ਬਦਲੀ, ਕਦੀ ਨਹੀਂ ਬਦਲੀ। ਮੌਬ ਮੈਂਟੈਲਿਟੀ ਜਿਹੜੀ ਸਾਡੇ ਉੱਤੇ ਅੱਜ ਰਾਜ ਕਰ ਰਹੀ ਹੈ, ਜੋ ਕੁਝ ਹਿੰਦੁਸਤਾਨ ਦੇ ਵਿੱਚ ਹੈ, ਉਹਦੇ ਵਿੱਚ ਵੀ ਤਾਂ ਲੋਕ ਹੈਗੇ ਹੀ ਨਾ, ਉਹਦੇ ਵਿੱਚ ਵੀ ਤਾਂ ਸੰਤ ਜੰਮਣੇ ਹੀ ਆ। ਹਾਂ, ਬਿਲਕੁਲ ਬਿਲਕੁਲ, ਠੀਕ ਹੈ ਨਾ। ਬਿਲਕੁਲ, ਅੱਜ ਵੀ ਮੈਂ ਮਹਿਸੂਸ ਕਰਦਾ ਕਿ ਕੋਈ ਨਾ ਕੋਈ ਰਾਹਬਰ ਉੱਥੇ ਨਿਕਲੂਗਾ। ਪਰ ਡਾਕਟਰ ਸਾਹਿਬ, ਇੱਕ ਗੱਲ ਮੈਂ ਜ਼ਰੂਰ ਡਿਸਐਗਰੀ ਕਰਦਾ ਤੁਹਾਡੇ ਨਾਲ ਜੀ। ਅਗਰ ਕੁਦਰਤ ਇਹ ਸਭ ਕੁਝ ਜਦੋਂ ਕਹਿੰਦੇ ਆ ਨਾ ਵੀ ਇੱਕ ਮੰਥਨ ਹੁੰਦਾ, ਔਰ ਮੰਥਨ ਦੇ ਵਿੱਚ ਜਦੋਂ ਰੇੜਕਾ ਹੁੰਦਾ ਤਾਂ ਉਸ ਤੋਂ ਬਾਅਦ ਕੁਝ ਨਾ ਕੁਝ ਮੱਖਣ ਦੀ ਤਰ੍ਹਾਂ ਕੁਝ ਨਾ ਕੁਝ ਨਿਕਲਦਾ, ਬਾਹਰ ਨਿਕਲਦਾ, ਪਰ ਕੀ ਕੁਦਰਤ ਇੰਨੀ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਜ਼ਾਲਿਮਾਨਾ ਹਮਲੇ ਹੁੰਦਿਆਂ ਕਿਸ ਤਰ੍ਹਾਂ ਜਰ ਲੈਂਦੀ ਹੈ? ਮੈਨੂੰ ਕੋਈ ਕਹਿਣ ਲੱਗੇ, ਇੱਕ ਦੋਸਤ ਕਹਿਣ ਲੱਗੇ ਵੀ ਅੱਜ ਕਰੋਨਾ ਆਇਆ, ਕੋਈ ਯਿਸੂ ਮਸੀਹ ਅੱਗੇ ਦਰਖਾਸਤ ਕਰੋ ਕਿ ਉਹ ਠੀਕ ਕਰਦਾ ਹੈ ਜੀ। ਮੇਰੇ ਅੱਛੇ ਦੋਸਤ ਪੜ੍ਹੇ ਲਿਖੇ, ਮੈਂ ਕਿਹਾ ਮੈਂ ਕੀਤੀ ਸੀ। ਉਹ ਕਹਿਣ ਲੱਗਾ ਬਾਬਾ ਮਸੀਹ, ਉਹ ਕਹਿਣ ਲੱਗਾ ਵੀ ਇਹ ਤੁਹਾਡੀ ਸਹੇੜੀ ਹੋਈ ਆ, ਮੈਂ ਤਾਂ ਨਹੀਂ ਕੀਤਾ, ਇਹ ਤੁਸੀਂ ਪ੍ਰਦੂਸ਼ਣ ਫੈਲਾਇਆ, ਤੁਸੀਂ ਪਾਣੀ ਸਾੜ ਦਿੱਤੇ, ਤੁਸੀਂ ਜ਼ਮੀਨ ਸਾੜਤੀ, ਹਵਾ ਸਾੜ ਦਿੱਤੀ, ਜੰਗਲ ਕੱਟ ਕੇ ਰੱਖਤੇ, ਉਹਦੇ ਚੋਂ ਜੇ ਨਿਕਲ ਰਿਹਾ ਤਾਂ ਤੁਸੀਂ ਕੀਤਾ ਹੋਇਆ ਨਾ। ਇਹ ਜਦੋਂ ਪ੍ਰੋਸੈਸ ਦੇ ਵਿੱਚ ਲੰਘੂਗਾ ਠੀਕ ਹੋ ਜਾਊ। ਹੁਣ ਮੈਂ ਤਾਂ ਨਹੀਂ ਕਰਨਾ, ਇਹ ਤੁਸੀਂ ਕਰਨਾ, ਤੁਸੀਂ ਸਹੇੜੀ। ਸੋ ਜੀਸਸ ਨੇ ਇਹ ਜਵਾਬ ਦਿੱਤਾ। ਸੋ ਜੀਸਸ ਕ੍ਰਾਈਸਟ ਦਾ ਜਵਾਬ ਸੁਣ ਕੇ ਤਾਂ ਫਿਰ ਜਿਹੜਾ ਜਿਨ੍ਹਾਂ ਨੇ ਪ੍ਰੇ ਕਰਨ ਲਈ ਕਿਹਾ ਉਹਨਾਂ ਨੂੰ ਵੀ ਹਾਸਾ ਆਇਆ ਹੋਣਾ। ਯੈਸ। ਸੋ ਇਸ ਦਾ ਜਿਹੜਾ ਤੁਸੀਂ ਜਵਾਬ ਦਿੱਤਾ, ਇਹਦਾ ਹੁਣ ਮੈਂ ਇਹਦਾ ਮਤਲਬ ਕੀ ਕਰਦਾ? ਇਹਦਾ ਮਤਲਬ ਇਹ ਆ ਕਿ
ਇਹ ਜਿਹੜੀ ਡਿਸਟਰਕਸ਼ਨ ਦੁਨੀਆ ਤੇ ਹੋ ਰਹੀ ਹੈ ਹੁਣ, ਇਹ ਕੋਈ ਚੀਜ਼ ਨੇ ਤਾਂ ਨਹੀਂ ਕਿਹਾ ਸੀ ਕਿ ਐਟਮ ਬੰਬ ਜਾਂ ਨਿਊਕਲੀਅਰ ਵਾਰਫੇਅਰ ਜਿਹੜੀ ਕਰੋ, ਅਸੀਂ ਬੰਦੇ ਹੀਰੋਸ਼ੀਮਾ ਦੇ ਬੰਬ ਮਾਰੋ, ਅਗਸਤ ਦੇ ਵਿੱਚ ਆਪਾਂ ਸੈਲੀਬ੍ਰੇਟ ਕੀਤਾ। ਉਹਨੇ ਨਹੀਂ ਕਿਹਾ ਸੀ। ਉਹ ਗॉड इज ए क्रिएटिव फोर्स, ਉਹ ਸਾਰੀਆਂ ਚੀਜ਼ਾਂ ਬਣਾਉਣ ਵਾਲਾ ਹੈ। ਪਰ ਉਹ ਜਿਹੜੀ ਹੈ ਨਾ ਥਿਊਰੀ ਲੋਕਾਂ ਦੀ, ਉਹ ਕਰੇ ਕਰਾਵੇ ਆਪੇ ਆਪ, ਯਾਰ ਉਹਨੂੰ ਸਮਝਿਆ ਕਰੋ। ਅੱਜ ਵੀ ਮੈਂ ਹਾਈ ਗੱਲ ਕਰਦਾ, ਸਮਝਿਆ ਕਰੋ। ਕਰੇ ਕਰਾਵੇ ਦਾ ਮਤਲਬ ਹੈ ਕਿ ਹੀ ਇਜ਼ ਅ ਕ੍ਰੀਏਟਰ ਗॉड। ਉਹਦਾ ਇਹ ਨਹੀਂ ਮਤਲਬ ਹੈਗਾ ਵੀ ਉਹ ਬਲਕਾਰ ਵੀ ਆ, ਉਹ ਮਾਰਦਾ ਵੀ। ਪਿਤਾ ਜਿਹਨੂੰ ਅਸੀਂ ਕਹਿੰਦੇ ਪਿਤਮ ਸੋਤਸਮ, ਅਸੀਂ ਸੰਸਕ੍ਰਿਤ ਚ ਉਹਨੂੰ ਆਪਣਾ ਪਿਤਾ ਮੰਨਦੇ, ਸਿੱਖ ਕੌਮ ਵੀ ਮੰਨਦੀ, ਸਾਰੇ ਮੰਨਦੇ। ਪਿਤਾ ਕਦੀ ਜੇ ਮਸੀਹ ਦੇ ਲਫ਼ਜ਼ ਸੀ ਇੱਕ ਵਾਰੀ ਕਿ ਜੇ ਪਿਤਾ ਦੇ ਕੋਲ ਕੋਈ ਰੋਟੀ ਮੰਗੇ ਪੁੱਤਰ ਤਾਂ ਕੀ ਉਹਨੂੰ ਉਹ ਬਿਛੂ ਦੇ ਦੂ? ਹਾਂ। ਜਾਂ ਜੇ ਉਹ ਮੱਛੀ ਮੰਗੇ ਤਾਂ ਉਹਨੂੰ ਸੱਪ ਦਊਗਾ? ਬਿਲਕੁਲ। ਹੀ ਇਜ਼ ਅ ਗॉड ਹੂ ਇਜ਼ ਆਵਰ ਫਾਦਰ। ਉਹ ਮਾੜੀ ਚੀਜ਼ਾਂ ਨਹੀਂ ਦਿੰਦੀਆਂ, ਅਸੀਂ ਆਪਣੀਆਂ ਨੀਤਾਂ ਖਰਾਬ ਕਰ ਰਹੇ, ਅਸੀਂ ਆਪ ਹੀ ਪੈਦਾ ਕੀਤੀਆਂ। ਅਸੀਂ ਆਪਣੀ ਨੀਤ ਦੇ ਅਕੋਰਡਿੰਗ ਆਪਣੀ ਔਕਾਤ ਨੂੰ ਭੁੱਲ ਕੇ ਅਸੀਂ ਇਹ ਮੰਗਣ ਲੱਗ ਗਏ ਕਿ ਵੀ ਜਿਹੜਾ ਬਿੱਛੂ ਜਾਂ ਕੱਛੂ ਕਮਾ ਮੰਗ ਕੇ ਤਾਂ ਦੇਖੀ ਅਸਲ ਵਿੱਚ ਹੁੰਦਾ ਕੀ ਹੈ। ਤੇ ਜਦੋਂ ਉਹਨੇ ਦੱਸਿਆ ਤਾਂ ਸਾਨੂੰ ਡੰਗ ਮਾਰਿਆ, ਤਾਂ ਕੁਦਰਤੀ ਗੱਲ ਆ ਵੀ ਅਸੀਂ ਵੀ ਤਾਂ ਜ਼ਹਿਰ ਹੀ ਉਗਲਣੀ ਸੀ। ਸੋ ਇਹ ਚੀਜ਼ਾਂ ਜਿਹੜੀਆਂ ਅਲਟੀਮੇਟਲੀ ਮੇਰਾ ਖਿਆਲ ਇਹ ਆ ਕਿ ਇੱਕ I can't give you a time, ultimately physically ਵੀ ਇਸ chaos ਚ ਚੰਗੀ ਦੁਨੀਆ ਹੀ ਬਣ ਕੇ ਨਿਕਲਣੀ ਹੈ। ਸਾਰੀ ਦੁਨੀਆ ਤਬਾਹ ਹੁੰਦੀ ਆਈ ਹੈ, ਬਣਦੀ ਆ। ਜਿਸ ਪਲੈਨਟ ਤੇ ਤੁਸੀਂ ਮੈਂ ਰਹਿ ਰਹੇ, ਇਟਸ ਅ ਫੋਰਥ ਵਰਲਡ ਜਿਹੜੀ ਡਿਸਟਰੋਏ ਹੋ ਕੇ ਬਣ ਚੁੱਕੀ। ਆਉਣ ਵਾਲੇ ਵਕਤ 'ਚ ਵੀ ਇਹ 'ਚ ਕੁਝ ਚੰਗਾ ਨਿਕਲੂਗਾ ਔਰ ਅਸੀਂ ਸਮਝਾਂਗੇ ਕਿ ਵੀ ਆਰ ਡਿਪੈਂਡੈਂਟ ਔਨ ਈਚ ਅਦਰ। ਅਸੀਂ ਇੱਕ ਰੇਸ ਹੈ, ਇੱਕ ਪਿਤਾ ਦੇ ਬੇਟੇ ਬੇਟੀਆਂ, ਇੱਕ ਦੂਜੇ ਨਾਲ ਕੜੀਆਂ ਜੁੜੀਆਂ ਹੋਈਆਂ। ਔਰ ਅਸੀਂ ਇਹ ਜਿਹੜੇ ਆਪਣੇ ਖੋਪੇ ਪਾਏ ਹੋਏ ਨਾ ਧਰਮਾਂ ਦੇ, ਤਾਂ ਰਸਾਂ ਦੇ, ਰੇਸ਼ਲ ਡਿਸਕ੍ਰਿਮੀਨੇਸ਼ਨ, ਇਹ ਸਾਰੀਆਂ ਜਿਹੜੀਆਂ ਚੀਜ਼ਾਂ, ਇਟ ਮੀਨਸ ਨਥਿੰਗ ਬਿਫੋਰ ਡਿਜ਼ੀਜ਼ ਐਂਡ ਡੈਥ। ਬਿਲਕੁਲ। ਅੱਜ ਜੇ ਇਸ ਧਰਤੀ ਦੇ ਉੱਤੇ ਕੋਈ ਭੁਚਾਲ ਆ ਜਾਏ, ਜਿੱਦਾਂ ਸੁਨਾਮੀਆਂ ਆਈਆਂ ਤੇ ਇਹ ਆਈਆਂ, ਤਾਂ ਕੀ ਹੋ ਜਾਊਗਾ ਤੁਹਾਡਾ? ਯੂ ਆਰ ਗੋਨ। ਫਿਰ ਕਿਸੇ ਨੇ ਧਰਮ ਨਹੀਂ ਪੁੱਛਣਾ। ਜਦੋਂ ਕਰੋਨਾ ਆਇਆ ਸੀ, ਜਦੋਂ ਬਹੁਤ ਸਾਰਾ, ਹੁਣ ਵੀ ਅੱਜ ਵੀ ਜੇ ਭਾਰਤ ਦੀ ਗੱਲ ਕਰੀਏ, ਪੂਰੇ ਚਰਮ ਸੀਮਾ ਤੇ ਉਹ ਆਪਣੇ ਰੰਗ ਦਿਖਾ ਰਿਹਾ। ਕੋਈ ਕਿਸੇ ਦੀ ਜ਼ਾਤ ਨਹੀਂ ਪੁੱਛ ਰਿਹਾ, ਕਿਸੇ ਦਾ ਧਰਮ ਨਹੀਂ ਪੁੱਛ ਰਿਹਾ। ਜਿਹਨੂੰ ਰਗੜਨਾ ਉਹ ਰਗੜ ਕੇ ਤੁਰਿਆ। ਅਜੇ ਬਿਲੀਵ ਕਰਦੇ ਕਿ ਪੋਸੀਬਲੀ, ਕਿਉਂਕਿ ਅਸੀਂ ਕੈਮੀਕਲਸ ਜਿਹੜੇ ਬਣਾਏ ਹੋਏ ਆ ਜਰਮ ਵਾਰਫੇਅਰ, ਉਹ ਕਿਤੇ ਨਾ ਕਿਤੇ ਲੀਕ ਹੋ ਜਾਂਦੇ। ਹੁਣ ਦਿਸ ਕਰੋਨਾ ਆਲਸੋ ਕੇਮ ਫਰਮ germ warfare। ਬਿਲਕੁਲ। no matter, I don't blame ਕਿ ਉਹ ਚਾਈਨਾ ਤੋਂ ਆਏ ਜਾਂ ਕਿੱਥੋਂ ਆਏ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਔਰ ਸਮਾਂ ਵੀ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ ਔਰ ਮੈਂ ਤਾਕੀਦ ਕਰਦਾ ਕਿ ਤੁਸੀਂ ਸਾਨੂੰ ਆਪਣਾ ਸਮਾਂ ਜ਼ਰੂਰ ਦਿਓ। I will be coming। Thank you very much for calling me। ਬੇਸ਼ੱਕ ਤੁਸੀਂ ਮੈਨੂੰ ਟਾਈਮ ਤਾਂ ਥੋੜਾ ਹੀ ਦਿੱਤਾ ਸੀ, ਫਿਰ ਤੁਸੀਂ ਵੀ ਸਮਝ ਗਏ ਹੁਣੇ ਵੀ ਕਿਹੜੀ ਲੋੜ ਹੈ ਏਡੀ ਕੋਈ ਪ੍ਰੈਪਰੇਸ਼ਨ ਕਰਨ ਦੀ। ਉਹਦੇ ਲਈ ਅਗਲੇ ਵਾਰੀ ਨੈਕਸਟ ਟਾਈਮ ਮੈਂ ਅੱਜ ਹੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਤਿਆਰੀ ਰੱਖਣਾ। ਸ਼ੁਕਰੀਆ ਤੁਹਾਡਾ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ। ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ, ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੋਇਆ ਕਰਦਾ ਹੈ। ਔਰ ਪ੍ਰੋਗਰਾਮ ਦੇ ਦੌਰਾਨ, ਪ੍ਰੋਗਰਾਮ ਤੋਂ ਬਾਅਦ ਇੱਕੋ ਹੀ ਨੰਬਰ ਹੈ, ਉਹਦੇ ਉੱਪਰ ਕਾਲ ਕਰਕੇ ਫੀਡਬੈਕ ਦੇਣੀ ਹੈ, ਸੁਝਾਅ ਸਵਾਲ ਜਾਂ ਕਿਸੇ ਗੈਸਟ ਦਾ ਕੋਈ ਨੰਬਰ ਲੈਣਾ ਚਾਹੁੰਦੇ ਹੋ 905 790 9099 ਸਟੂਡੀਓ ਦਾ ਨੰਬਰ ਹੈ। ਔਰ ਇੱਕ ਮੈਂ ਡਿਸਕਲੇਮਰ ਜ਼ਰੂਰ ਸ਼ੇਅਰ ਕਰਦਾ ਕਿ ਜਿੰਨੇ ਵੀ ਸਾਡੇ ਇੱਥੇ ਗੈਸਟ ਆਉਂਦੇ ਨੇ, ਜਿੰਨੇ ਵੀ ਮਹਿਮਾਨ ਅਸੀਂ ਇੱਥੇ ਤੁਹਾਡੇ ਰੂਬਰੂ ਕਰਦੇ ਹਾਂ, ਉਹਨਾਂ ਦੇ ਆਪਣੇ ਵਿਚਾਰ ਹੈ ਔਰ ਵਿਚਾਰਾਂ ਨੂੰ ਕਹਿਣ ਦੀ ਸਭ ਨੂੰ ਆਜ਼ਾਦੀ ਹੈ। ਮੇਰੇ ਆਪਣੇ ਵਿਚਾਰ ਹੈ, ਤੁਹਾਡੇ ਆਪਣੇ ਵਿਚਾਰ ਹੈ, ਗੈਸਟ ਦੇ ਆਪਣੇ ਵਿਚਾਰ ਹੈ। ਕਿਸੇ ਦਾ ਸਹਿਮਤ ਜਾਂ ਅਸਹਿਮਤ ਹੋਣਾ ਲਾਜ਼ਮੀ ਨਹੀਂ ਹੁੰਦਾ, ਸਾਡਾ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ। ਸੋ ਅਗਰ ਕਿਸੇ ਕਿਸਮ ਕਰਕੇ ਤੁਹਾਨੂੰ ਲੱਗਦਾ ਕਿ ਤੁਸੀਂ ਹਰਟ ਹੋਏ ਆ ਜਾਂ ਤੁਹਾਨੂੰ ਠੇਸ ਪਹੁੰਚੀ ਹੈ ਕਿਸੇ ਸ਼ਬਦਾਂ ਦੇ ਕਰਕੇ, ਤੁਹਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ, ਤਾਂ ਉਹਦੇ ਲਈ ਅਸੀਂ ਖਿਮਾ ਦੇ ਜਾਚਕ ਮਾਫੀ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਾਂਗੇ। ਮਿਲਦੇ ਹਾਂ ਫਿਰ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ। ਸ਼ੱਬਾ ਖੈਰ।